ਸਤਨਾਮ ਵਾਹਿਗੁਰੂ ਸਾਹਿਬ ਜੀ। ਬਿਖੈ ਬਨ ਫੀਕਾ, ਬਿਖੈ ਬਨ ਫੀਕਾ ਤਿਆਗਰੀ ਸਖੀਏ। ਨਾਮ ਮਹਾਰਸ ਪੀਓ, ਬਿਨ ਰਸ ਚਾਖੇ ਬੁੱਝ ਗਈ ਸਗਲੀ। ਸੁਖੀ ਨ ਹੋਵਤ ਜੀਓ, ਮਾਨ ਮਹਤ ਨਾ ਸਕਤ ਹੀ ਕਾਈ। ਸਾਦਾ ਦਾਸੀ ਥੀਓ, ਨਾਨਕ ਸੇ ਦਰ ਸੁਭਾਵੰਤੇ। ਜੋ ਪ੍ਰਭ ਆਪਣੇ ਕੀਓ, ਕਬੀਰ ਏਕ ਕਰੀ ਆਦਿ ਕਰਹੀ। ਆਦਿ ਹੂੰ ਤੇ ਆਦ, ਭਗਤਨ ਸੇਤੀ ਗੋਸਟੇ। ਜੋ ਕੀਨੇ ਸੋ ਲਾਭ, ਸਤਨਾਮ ਵਾਹਿਗੁਰੂ ਸਾਹਿਬ ਜੀ। ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਸਾਬਤ ਰਖਹਿ ਤਾ ਰਾਮ ਭਜ, ਨਾਹਿ ਤਾਂ ਬਿਨਠੀ ਬਾਤ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ। ਰਾਤ ਦਿਵਸ ਕੇ ਕੂਕਨੇ, ਕਬਹੂ ਕੇ ਸੁਨੈ ਪੁਕਾਰ। ਕਬੀਰ ਕਾਇਆ ਕਜਲੀ ਬਨ ਭਇਆ, ਮਨ ਕੁੰਚਰ ਮਏ ਮੰਤ। ਅੰਕੁਸ਼ ਗਿਆਨ ਰਤਨ ਹੈ, ਖੇਵਟ ਬਿਰਲਾ ਸੰਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ, ਪਤਿਤ ਪਾਵਨ ਭਗਤ ਵਛਲ, ਕਿਰਪਾ ਨਿਧ ਦਇਆ ਨਿਧ, ਅੰਤਰਯਾਮੀ ਅਗਮ ਅਗੋਚਰ ਪਾਰ ਬ੍ਰਹਮ ਪਰਮੇਸ਼ਵਰ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਦੀਨ ਦਇਆਲ ਪਾਤਸ਼ਾਹ, ਤਿਨਾਂ ਦੀ ਅਪਾਰ ਮਿਹਰਮਤ ਹੈ, ਅਥਾਹ ਬਖਸ਼ਿਸ਼ ਹੈ ਸਤਿਗੁਰੂ ਸਾਹਿਬ ਜੀ ਦੀ, ਜੋ ਸਾਨੂੰ ਸਭ ਨੂੰ ਨਿਵਾਜਿਸ਼ ਕਰਕੇ ਸਤਿਗੁਰੂ ਸਾਹਿਬ ਜੀ ਨੇ ਆਪਣੀ ਪਾਵਨ ਪਵਿੱਤਰ ਮੁਬਾਰਕ ਚਰਨ ਸ਼ਰਨ ਹਜ਼ੂਰੀ ਦੇ ਅੰਤਰਗਤ ਸਤ ਸੰਗਤ ਰੂਪ ਵਿੱਚ ਜੁੜਨ ਦਾ, ਸ਼ਬਦ ਦੇ ਅਧਿਆਤਮਿਕ ਅਭਿਆਸ ਦੇ ਨਾਲ ਆਪਣੇ ਮਨੁੱਖਾ ਜੀਵਨ ਨੂੰ ਸਵਾਰਨ ਦਾ ਅਵਸਰ ਬਖਸ਼ਿਸ਼ ਕੀਤਾ ਹੈ ਜੀ। ਆਪ ਜੀ ਬੜੇ ਸੁਭਾਗਸ਼ਾਲੀ ਹੋ
ਜੋ ਸਤਿਗੁਰੂ ਕੀ ਰਹਿਮਤ ਦੇ ਪਾਤਰ ਬਣਦਿਆਂ ਹੋਇਆਂ ਸਤ ਸੰਗਤ ਰੂਪ ਵਿੱਚ ਜੁੜ ਬੈਠ ਕੇ ਨਿਰਮਲ ਯਤਨ, ਅਧਿਆਤਮਿਕ ਰੂਪ ਦੇ ਵਿੱਚ ਨਿਰਮਲ ਯਤਨ ਕਰਨ ਦਾ ਸ਼ੁਭ ਉਦਮ ਕਰ ਰਹੇ ਹੋ ਜੀ। ਸਤਿਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਤਿਨਾਂ ਦੇ ਪਾਵਨ ਉਚਾਰਨ ਸ਼ਲੋਕਾਂ ਦੀ ਲੜੀਵਾਰ ਆਪ ਜੀ ਗਿਆਨ ਰੂਪ ਵਿਚਾਰ ਸ਼ਰਵਣ ਕਰ ਰਹੇ ਹੋ ਜੀ। ਪਾਵਨ ਬਾਣੀ ਦੀ ਲੜੀਵਾਰ ਵਿਚਾਰ ਦੇ ਨਾਲ ਜੁੜਨ ਦਾ ਯਤਨ ਕਰੀਏ ਜੀ। ਵਿਚਾਰ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਤਹਾਤ। ਭਗਤ ਸਿਰਮੌਰ ਭਗਤ ਸਾਹਿਬ ਭਗਤ ਕਬੀਰ ਸਾਹਿਬ ਜੀ ਲੜੀਵਾਰ ਸ਼ਲੋਕਾਂ ਦੇ ਅੰਤਰਗਤ, ਇਸ ਤੋਂ ਪਹਿਲੇ ਸ਼ਲੋਕਾਂ ਦੇ ਅੰਤਰਗਤ ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕਰਕੇ ਨਵਾਜਿਆ ਸੀ, ਕਬੀਰ ਜੋ ਮੈਂ ਚਿਤਵਾਉ ਨਾ ਕਰੇ। ਕਿ ਜਦੋਂ ਮਨੁੱਖ ਆਪਣੀ ਹਉਮੈ ਦੇ ਸ਼ੈੱਲ ਵਿੱਚ ਸੀਮਤ ਹੋ ਜਾਂਦਾ ਹੈ ਅਤੇ ਪ੍ਰਭੂ ਦੇ ਅਕਾਲ ਪੁਰਖ ਦੇ ਘੱਟ ਘੱਟ ਵਿਆਪਕ ਕਿਰਪਾਮਈ ਸਰੂਪ ਨੂੰ, ਬਖਸ਼ਿਸ਼ਮਈ ਸਰੂਪ ਨੂੰ, ਪ੍ਰਤਪਾਲਕ ਸਰੂਪ ਨੂੰ ਭੁੱਲ ਜਾਂਦਾ ਹੈ ਅਤੇ ਆਪਣੀ ਸੀਮਤ ਅਕਲ, ਸੀਮਤ ਸਿਆਣਪ ਦੇ ਤਲ 'ਤੇ ਆਪਣੇ ਜੀਵਨ ਦੇ ਕਈ ਐਸੇ ਮਨਸੂਬੇ ਬਣਾਉਂਦਾ ਜਿਨ੍ਹਾਂ ਦੇ ਵਿੱਚ ਹੁਕਮ ਦੀ ਗਹਿਰੀ ਸਮਝ ਨਹੀਂ ਹੁੰਦੀ ਅਤੇ ਉਹ ਬਣਾਏ ਹੋਏ ਮਨਸੂਬੇ ਅਕਸਰ ਕਈ ਵਾਰੀ ਜਿਹੜੇ ਹਨ ਰੱਦ ਹੋ ਜਾਂਦੇ ਹਨ ਜਾਂ ਹੁਕਮ ਦੀ ਤੋਰ ਅੱਗੇ ਫੇਲ ਹੋ ਜਾਂਦੇ ਹਨ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਨੇ ਜ਼ਿਕਰ ਕੀਤਾ ਸੀ ਕਿ ਮਨੁੱਖ ਦਾ ਚਿਤਵਣਾ ਸੋਚਣਾ ਕਿਸੇ ਅਰਥ ਨਹੀਂ, ਕਿਉਂਕਿ ਪ੍ਰਭੂ ਨੇ ਜੋ ਠੀਕ ਇਸ ਸ੍ਰਿਸ਼ਟ ਦੇ ਉੱਪਰ ਵਰਤਾਉਣਾ ਹੈ ਉਹਨੇ ਪਹਿਲਾਂ ਚਿਤਵਿਆ ਹੋਇਆ ਹੈ। ਇਸ ਕਰਕੇ ਚਿੰਤਾ ਦੇ ਸਹਿਤ ਹੋਣਾ ਭਾਵ ਹੈ ਕਿ ਸਾਨੂੰ ਮਾਲਕ ਦੀ ਹਸਤੀ ਦਾ ਅਹਿਸਾਸ ਨਹੀਂ। ਇਸ ਕਰਕੇ ਗੁਰੂ ਅਮਰਦਾਸ ਸਾਹਿਬ ਜੀ ਨੇ ਬਖਸ਼ਿਸ਼ ਕੀਤੀ, ਜਦੋਂ ਵਿਸ਼ਵਾਸ ਹੋਵੇ ਉਦੋਂ ਮਨੁੱਖ ਅਚਿੰਤ ਹੁੰਦਾ ਹੈ। ਜਦੋਂ ਵਿਸ਼ਵਾਸ ਹਿਰਦੇ ਵਿੱਚੋਂ ਗੈਰ ਹਾਜ਼ਰ ਹੋਵੇ ਉਦੋਂ ਮਨੁੱਖ ਚਿੰਤਾ ਦੇ ਸਹਿਤ ਹੁੰਦਾ ਹੈ। ਇਸ ਕਰਕੇ ਪ੍ਰਭੂ ਭਰੋਸੇ ਦੇ ਵਿੱਚ ਫਿਰ ਗੁਰੂ ਅਰਜਨ ਸਾਹਿਬ ਜੀ ਦੇ ਸ਼ਲੋਕ ਦੁਆਰਾ ਬਖਸ਼ਿਸ਼ ਸੀ ਕਿ ਜਦੋਂ ਮਨੁੱਖ ਆਪਣੇ ਜੀਵਨ ਦੇ ਵਿੱਚ ਚਿੰਤ ਕਰਮ ਤਾਂ ਕਰਦਾ ਹੈ ਜਦੋਂ ਉਹ ਲਾਲਚ, ਵਿਕਾਰਾਂ ਆਦਿਕ ਦੀ ਸਥਿਤੀ ਵਿੱਚ ਫਸ ਜਾਂਦਾ ਹੈ ਅਤੇ ਜੀਵਨ ਦੇ ਵਿੱਚ ਪਾਪ ਦੀ ਅਵਸਥਾ ਬਣਨ ਲੱਗ ਪੈਂਦੀ ਹੈ ਅਤੇ ਇਸ ਕਰਕੇ ਚਿੰਤਾ ਵਿੱਚ ਸਗਲਾ ਜੀਵਨ ਚਲਿਆ ਜਾਂਦਾ ਹੈ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਕਾਇਆ ਕਾਚੀ ਕਾਰਵੀ, ਕੇਵਲ ਕਾਚੀ ਧਾਤ। ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਾਇਆ ਦਾ ਭਾਵ ਸਰੀਰ, ਆਖਦੇ ਹਨ ਕਾਚੀ ਕਾਰਵੀ, ਕੱਚੀ ਤੌੜੀ ਦੇ ਵਾਂਗ ਹੈ। ਜਿਵੇਂ ਕੋਰੀ ਤੌੜੀ ਆਦਿਕ ਹੁੰਦੀ ਹੈ ਮਿੱਟੀ ਦੀ, ਉਹਦੇ ਵਾਂਗ ਹੈ। ਔਰ ਕਹਿੰਦੇ ਕੇਵਲ ਕਾਚੀ ਧਾਤ, ਜੇ ਪੱਕਣੋਂ ਆਪਣੇ, ਜਿਵੇਂ ਮਿੱਟੀ ਦਾ ਭਾਂਡਾ ਪਹਿਲਾਂ ਕੱਚਾ ਹੁੰਦਾ ਹੈ, ਉਸ ਨੂੰ ਅੱਗ ਵਿੱਚ ਤਪਾ ਦੀ ਉਹਦੇ ਵਿੱਚ ਪਕਿਆਈ ਆ ਜਾਂਦੀ ਹੈ, ਪਰ ਫਿਰ ਵੀ ਉਹ ਇੱਕ ਤਰੀਕੇ ਨਾਲ ਕੱਚਾ ਰਹਿੰਦਾ ਹੈ ਕਿ ਜਦੋਂ ਉਸ ਨੂੰ ਕੁਝ ਜ਼ਿਆਦਾ ਟਕੋਰਿਆ ਗਿਆ ਜਾਂ ਹੱਥੋਂ ਛੁਟਕ ਗਿਆ ਤਾਂ ਉਹ ਬਿਨਸ ਜਾਏਗਾ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਵਲ ਕਾਚੀ ਧਾਤ, ਅਤੇ ਇਸ ਕਾਇਆ ਦੇ ਨਿਰਮਾਣ ਦੇ ਲਈ ਜੋ ਕੁਝ ਵਰਤਿਆ ਗਿਆ ਹੈ ਉਹ ਵੀ ਕੱਚੇ ਰੂਪ ਵਾਲਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਫਰਮਾਉਂਦੇ, ਸਾਬਤ ਰੱਖੇ ਤਾਂ ਰਾਮ ਭਜ। ਜੇ ਆਪਣੀ ਇਸ ਦੇਹ ਨੂੰ ਸਾਬਤ ਰੱਖਣਾ ਹੈ, ਆਪਣੇ ਜੀਵਨ ਨੂੰ ਪੂਰੇ ਦਾ ਪੂਰਾ ਸੰਭਾਲਣਾ ਹੈ, ਤਾਂ ਰਾਮ ਭਜ ਨਿਤ ਬੰਦਗੀ ਅਭਿਆਸ, ਸਿਮਰਨਮਈ ਕਰਮਾਂ ਦੀ ਤਰਫ ਲੱਗ, ਨਾਹੇ ਤਾਂ ਬਿਨਠੀ ਬਾਤ, ਨਹੀਂ ਤਾਂ ਇਹ ਜੀਵਨ ਵਿਅਰਥ ਹੈ। ਹੁਣ ਇਸ ਸ਼ਲੋਕ ਨੂੰ ਸ਼ਬਦ ਵਿਚਾਰ ਦੇ ਨੁਕਤੇ ਤੋਂ ਸਮਝਣ ਦਾ ਯਤਨ ਕਰੀਏ। ਭਗਤ ਕਬੀਰ ਸਾਹਿਬ ਜੀ ਨੇ ਸਾਨੂੰ ਇਸ ਸ਼ਲੋਕ ਦੇ ਵਿੱਚ ਇੱਕ ਨੁਕਤਾ ਦ੍ਰਿੜ ਕਰਵਾਇਆ ਹੈ ਕਿ ਜੀਵਨ ਦੇ ਵਿੱਚ ਜਦੋਂ ਮਨੁੱਖ ਆਪਣੀ ਰਚਨਾ ਨੂੰ ਨਹੀਂ ਸਮਝਦਾ, ਰਚਨਾ ਦਾ ਭਾਵ ਕਿ ਜਦੋਂ ਮਨੁੱਖ ਨੂੰ ਪਤਾ ਹੀ ਨਹੀਂ ਹੈ ਕਿ ਮੇਰੀ ਦੇਹ ਕਿਸ ਤਰ੍ਹਾਂ, ਕਿਹੜੇ ਤੱਤਾਂ ਤੋਂ ਕਿਸ ਕਰਕੇ ਬਣੀ ਹੈ, ਅਤੇ ਉਸ ਦੇਹ ਦਾ ਪ੍ਰਯੋਜਨ ਕੀ ਹੈ, ਉਸ ਦਾ ਵੱਡਾ ਅਰਥ ਕੀ ਹੈ, ਜਦੋਂ ਇਸ ਗੱਲ ਦੀ ਸਮਝ ਨਹੀਂ ਆਉਂਦੀ ਤਾਂ ਮਨੁੱਖ ਸਾਰੀ ਜ਼ਿੰਦਗੀ
ਅਵੇਸਲਾ ਰਹਿੰਦਾ ਹੈ ਆਪਣੇ ਦੇਹ ਦੇ ਅਮੋਲਕ ਹੋਣ ਪ੍ਰਤੀ। ਆਨੰਦ ਸਾਹਿਬ ਦੀ ਬਾਣੀ ਸਾਨੂੰ ਰੋਜ਼ਾਨਾ ਸਤਰਕ ਕਰਦੀ ਹੈ। ਉਹ ਸਰੀਰ ਦੇ ਸੰਬੰਧ ਦੇ ਵਿੱਚ ਕਹਿ ਰਹੀ ਹੈ, ਇਹ ਸਰੀਰਾ ਮੇਰਿਆ ਹਰ ਤੁਮ ਮੈਂ ਜੋਤ ਰੱਖੀ, ਕਿ ਜੇ ਜੋਤ ਆਪਣੇ ਆਪ ਦੇ ਵਿੱਚ ਪਰਮ ਸਿਰਮੌਰ ਹੈ, ਮਾਲਕ ਦਾ ਆਤਮ ਸਰੂਪ, ਤਾਂ ਦੇਹ ਵੀ ਉਤਨੀ ਹੀ ਅਮੋਲਕ ਹੈ, ਭਾਵੇਂ ਕੱਚੀ ਕਹੀ ਜਾ ਰਹੀ ਹੈ। ਕਿਉਂਕਿ ਇਹਨੇ ਜੋਤ ਸਰੂਪ ਨੇ ਆਪਣੇ ਆਪ ਦਾ ਜਦੋਂ ਪ੍ਰਕਾਸ਼ ਕਰਨਾ ਸੀ, ਉਦੋਂ ਉਸਨੇ ਕਾਇਆ ਦੇ ਆਕਾਰ ਦਾ ਚੋਲਾ ਪਹਿਨਿਆ। ਇਸ ਕਰਕੇ ਦੇਹ ਵੀ ਬੜੀ ਉੱਤਮ ਹੈ। ਇਸ ਕਰਕੇ ਬਾਣੀ ਵਿੱਚ ਵਾਕ ਹੁੰਦੇ ਨਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆ। ਆਕਾਰ ਤਾਂ ਪਸ਼ੂ ਦਾ ਵੀ ਹੈ, ਪਸ਼ੂ ਕੋਲ ਵੀ ਨੇਤਰ ਹਨ, ਕੰਨ ਹਨ ਉਹਦੇ ਕੋਲੋਂ, ਹੋਰ ਸਾਰਾ ਕੁਝ ਸੁੰਘਣ ਆਦਿਕ ਦਾ ਸਾਰਾ ਕੁਝ ਉਹਦੇ ਕੋਲ ਵੀ ਹੈ, ਸਾਰੀਆਂ ਜੂਨਾਂ ਕੋਲ ਹੈ। ਆਕਾਰ ਮਨੁੱਖ ਦਾ ਵੀ ਹੈ, ਪਰ ਮਨੁੱਖ ਦਾ ਆਕਾਰ ਇਸ ਨੁਕਤੇ ਤੋਂ ਅਮੋਲਕ ਹੈ ਕਿ ਮਨੁੱਖ ਦੇ ਅੰਦਰ ਚਿੰਤਨਸ਼ੀਲ ਹੋਣ ਦੀ ਸਮਰੱਥਾ ਹੈ। ਮਨੁੱਖ ਦੇ ਕੋਲੋਂ ਜੋ ਵੀ ਉਹਦੇ ਅੰਦਰ ਦਾ ਭਾਵ ਹੈ, ਉਹਨੂੰ ਭਾਸ਼ਾ ਦੇ ਮਾਧਿਅਮ ਨਾਲ, ਉਹਨੂੰ ਲਿਖਤ ਦੇ ਮਾਧਿਅਮ ਨਾਲ, ਉਹਨੂੰ ਸੰਕੇਤ ਦੇ ਮਾਧਿਅਮ ਨਾਲ ਪ੍ਰਗਟਾਉਣ ਦੀ ਸਮਰੱਥਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਕਬੀਰ ਕਾਇਆ ਕਾਚੀ ਕਾਰ ਵੀ। ਪਰ ਕਹਿੰਦੇ ਇੱਕ ਤਰਫ ਅਸਲੀਅਤ ਇਹ ਹੈ, ਜਦੋਂ ਕਾਇਆ ਨੂੰ ਕੱਚਾ ਆਖਿਆ ਜਾਂਦਾ ਹੈ, ਉਹ ਤਾਂ ਕਿਹਾ ਜਾਂਦਾ ਹੈ ਕਿ ਮਨੁੱਖ ਨੂੰ ਕੇਵਲ ਦੇਹ ਦੀ ਹੰਗਤਾ ਨਾ ਬਣੀ ਰਹੇ, ਉਹਨੂੰ ਇਹ ਖਿਆਲ ਬਣਿਆ ਰਹੇ। ਕਿਉਂਕਿ ਬਹੁਤੀ ਵਾਰੀ ਤਾਂ ਹੁੰਦਾ ਕੀ ਹੈ, ਇੱਕ ਦਾ ਮਨੁੱਖ ਦਾ ਜੀਵਨ ਕਾਇਆ ਤੱਕ ਮਹਿਦੂਦ ਰਹਿ ਜਾਂਦਾ ਹੈ। ਉਹ ਆਪਣੀ ਕਾਇਆ ਦੇ ਅਸਲ ਆਧਾਰ ਨੂੰ ਪਛਾਣਦਾ ਨਹੀਂ ਕਿ ਕਿਸ ਕਰਕੇ ਬਣੀ ਹੋਈ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਇਆ ਕਾਚੀ ਕਾਰਵੀ ਕੇਵਲ ਕਾਚੀ ਧਾਤ। ਇਹ ਇਤਨੀ ਕੱਚੀ ਹੈ, ਇਤਨੀ ਕੱਚੀ ਧਾਤ ਵਾਂਗ ਹੈ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕਿ ਇਸ ਦਾ ਕੁਝ ਕਿਹਾ ਨਹੀਂ ਜਾ ਸਕਦਾ। ਸੰਸਕ੍ਰਿਤੀ ਬਾਣੀ 'ਚ ਵਾਕ ਹਨ ਸਤਿਗੁਰੂ ਸਾਹਿਬ ਜੀ ਦੇ, ਕਾਚ ਕੋਟ ਰਚੰਤ ਤੋਯੰ ਲੇਪਨੰ ਰਕਤ ਚਰਮਣ। ਕਹਿੰਦੇ ਇੱਕ ਕੱਚਾ ਕਿਲਾ ਉਸਾਰਿਆ ਹੋਇਆ, ਉਸ ਦੀ ਰਚਨਾ ਕੀਤੀ ਹੋਈ ਹੈ, ਚਮੜੇ ਦਾ ਉੱਪਰ ਕੱਪੜਾ ਕੱਸਿਆ ਹੋਇਆ ਹੈ, ਅਤੇ ਇਹ ਸਰੀਰ ਇਸ ਤਰ੍ਹਾਂ ਦਾ ਬਣਿਆ ਹੋਇਆ। ਇਸ ਕਰਕੇ ਬਾਣੀ ਦੇ ਵਿੱਚ ਸਤਿਗੁਰੂ ਸਾਹਿਬ ਜੀ ਦੇ ਸਾਨੂੰ ਵਾਕ ਪ੍ਰਾਪਤ ਹਨ। ਜਲ ਕੀ ਭੀਤ ਪਵਨ ਕਾ ਥੰਬਾ ਰਕਤ ਬੁੰਦ ਕਾ ਗਾਰਾ, ਹਾਰਡ ਮਾਸ ਨਾੜੀ ਕੋ ਪਿੰਜਰ ਪੰਖੀ ਬਸੈ ਵਿਚਾਰਾ। ਜਾਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਦੇ ਵਿੱਚ ਵਾਕ ਹਨ, ਰਕਤ ਬਿੰਦ ਕਰ ਨਿੰਮਿਆ ਅਗਨ ਉਦਰ ਮਝਾਰ, ਉਰਦ ਮੁਖ ਕੁਚੀਲ ਬਿਕਲ ਨਰਕ ਘੋਰ ਗੁਬਾਰ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਾਇਆ ਕਾਚੀ ਕਾਰਵੀ। ਹੁਣ ਦੇਹ ਕਿਸ ਰੂਪ ਦੇ ਵਿੱਚ ਕੱਚੀ ਹੈ, ਸਾਨੂੰ ਕਿਵੇਂ ਪਤਾ ਲੱਗੇ ਕਿ ਦੇਹ ਕੱਚੀ ਹੈ, ਇਹ ਪੱਕੀ ਨਹੀਂ ਹੈ। ਉਦਾਹਰਨ ਦੇ ਤਲ 'ਤੇ ਆਪਣੇ ਸਮੁੱਚੇ ਜੀਵਨ ਦੇ ਚਿੱਤਰ ਨੂੰ ਆਪਣੀ ਸਿਮਰਤੀ ਦੇ ਸਾਹਮਣੇ ਰੱਖੀਏ ਕਿ ਜਦ ਸਾਡਾ ਜੀਵਨ ਆਰੰਭ ਹੋਇਆ, ਸਾਡੇ ਜੀਵਨ ਦਾ ਆਰੰਭ ਜਦੋਂ ਹੋਇਆ, ਸਰੀਰ ਛੋਟੇ ਰੂਪ ਵਿੱਚ ਵਿਕਸਿਤ ਸੀ। ਸਮਾਂ ਪਾ ਕੇ ਤੱਤਾਂ ਨੇ ਆਪਣਾ ਬਲ ਦਿਖਾਇਆ, ਤਾਂ ਮਨੁੱਖ ਜੋਬਨ ਅਵਸਥਾ ਦੇ ਮੁਕਾਮ 'ਤੇ ਆ ਖਲੋਤਾ। ਇੱਥੇ ਆ ਕੇ ਮਨੁੱਖ ਨੂੰ ਲੱਗਿਆ ਕਿ ਸ਼ਾਇਦ ਕਾਇਆ ਇਸ ਤਰ੍ਹਾਂ ਹੀ ਰਹੇਗੀ। ਹਰੇਕ ਅਵਸਥਾ ਦੇ ਵਿੱਚ ਬੰਦੇ ਨੂੰ ਭੁਲੇਖਾ ਪੈਂਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਬੱਚਾ ਚਾਹੁੰਦਾ ਬਚਪਨ ਰੁਕਿਆ ਰਹੇ, ਜਵਾਨ ਚਾਹੁੰਦਾ ਜਵਾਨੀ ਰੁਕੀ ਰਹੇ, ਇਹ ਸਾਲ ਇੰਝ ਹੀ ਲੰਬੇ ਹੋ ਜਾਣ। ਅਤੇ ਬੁਢਾਪਾ ਭਾਵੇਂ ਨਹੀਂ ਚਾਹੁੰਦਾ, ਪਰ ਜੇ ਬੁਢਾਪਾ ਥੋੜ੍ਹਾ ਬਹੁਤਾ ਸੁਖਦ ਹੋਵੇ ਤਾਂ ਬੰਦਾ ਕਹਿੰਦਾ ਚਲੋ ਇਹੀ ਰੁਕਿਆ ਰਹੇ, ਮ੍ਰਿਤੂ ਦਾ ਜਿਹੜਾ ਮੁਕਾਮ ਨਾ ਆਵੇ। ਤਾਂ ਕਾਇਆ ਕਾਚੀ ਹੋਣ ਦਾ ਮਤਲਬ ਕੀ ਹੈ ਕਿ ਇਹ ਹਰ ਪਲ ਟੁੱਟ ਰਹੀ ਹੈ, ਹਰ ਪਲ ਇਹਦੇ ਅੰਦਰ ਦਾ ਬਲ ਘਟ ਰਿਹਾ, ਇਹ ਜੀਰਣ ਹੋ ਰਹੀ ਹੈ, ਇਹਨੂੰ ਜਰਾ ਰੋਗ ਹਰ ਵਕਤ ਗਰਸ ਰਿਹਾ ਹੈ। ਇਸ ਕਰਕੇ ਜੀਵਨ ਦੇ ਜਿੱਦਣ ਤੋਂ ਸਾਡੀ ਜੋਬਨ ਅਵਸਥਾ ਗੁਜ਼ਰ ਜਾਂਦੀ ਹੈ, ਉਸ ਦਿਨ ਤੋਂ ਸਾਡੀ ਦੇਹ ਦਾ ਬਲ ਢਲਣ ਲੱਗ ਪੈਂਦਾ ਹੈ, ਅਤੇ ਸਾਡੀ ਦੇਹ ਸਾਨੂੰ ਬਾਰ-ਬਾਰ ਖਿਆਲ ਕਰਨ ਲੱਗ ਪੈਂਦੀ ਹੈ ਕਿ ਇਹ ਕੱਚੀ ਹੈ। ਇਹਨੇ ਦੇਖ, ਉਦਾਹਰਨ ਦੇ ਤੌਰ 'ਤੇ ਤੱਤਾਂ ਦੀ ਪਕੜ ਸਰੀਰ 'ਚੋਂ ਘਟ ਗਈ, ਹੱਡੀਆਂ ਮਾਸ ਛੱਡ ਜਾਂਦੀਆਂ ਨੇ, ਚਿਹਰੇ ਦੀ ਚਮੜੀ ਜਿਹੜੀ ਹੈ ਉਹ ਢਿਲਕ ਜਾਂਦੀ ਝੁਰੜੀਆਂ ਦੇ ਰੂਪ ਵਿੱਚ, ਸਰੀਰ ਦੀ ਸਾਰੀ ਜਿਹੜੀ ਸੁੰਦਰਤਾ ਉਹ ਜਾਂਦੀ ਰਹਿੰਦੀ ਹੈ, ਮਨੁੱਖ ਦੇ ਅੰਗ ਪੈਰ ਵੀ ਕੁੱਬੇ ਹੋਣ ਲੱਗ ਪੈਂਦੇ ਹਨ। ਇਸ ਕਰਕੇ ਇਹ ਕੱਚੀ ਦਾ ਮਤਲਬ ਇਹ ਹੈ ਕਿ ਮਨੁੱਖ ਤੋਂ ਦੇਖ ਕਿ ਤੂੰ ਇਹਦੀ ਕਿੰਨੀ ਵੀ ਸੰਭਾਲ ਕਿਉਂ ਨਾ ਕਰੇ, ਪਰ ਇਹਦਾ ਜਿਹੜਾ ਵਹਿਣ ਹੈ ਦੇਹ ਦਾ, ਤੂੰ ਉਹਨੂੰ ਨਹੀਂ ਰੋਕ ਸਕਦਾ। ਇਸ ਕਰਕੇ ਉਦਾਹਰਨ ਦੇ ਤੌਰ 'ਤੇ ਅਸੀਂ ਕੱਚੀ ਨੂੰ ਹੋਰ ਸਰਲ ਸਮਝਣਾ ਹੋਵੇ, ਘਰਾਂ ਦੇ ਵਿੱਚ ਕੱਚ ਦੇ ਬਰਤਨ ਵਰਤਦੇ ਹਾਂ। ਕੱਚ ਦੇ ਬਰਤਨ
ਹਰ ਵਾਰੀ ਖਿਆਲ ਰੱਖਣਾ ਪੈਂਦਾ ਹੱਥੋਂ ਡਿੱਗ ਨਾ ਜਾਣ, ਟੁੱਟ ਜਾਣਗੇ। ਪਰ ਜਿਹੜੇ ਬਰਤਨ ਪੱਕੇ ਨੇ ਉਹ ਭਾਵੇਂ ਖੁਦ ਵੀ ਚੁੱਕ ਕੇ ਮਾਰ ਦਈਏ ਨਹੀਂ ਟੁੱਟਦੇ, ਕਿਉਂਕਿ ਪਤਾ ਹੈ ਪੱਕੇ ਨਹੀਂ ਟੁੱਟਣਗੇ। ਇਸ ਕਰਕੇ ਅਸੀਂ ਜਦੋਂ ਕੱਚਿਆਂ ਦੀ ਸੰਭਾਲ ਕਰਦੇ ਹਾਂ, ਪਰ ਕੱਚਿਆਂ ਬਰਤਨਾਂ ਦੀ ਸੰਭਾਲ ਜ਼ਰੂਰ ਕਰਦੇ ਹਾਂ, ਪਰ ਕਦੀ ਇੰਜ ਨਹੀਂ ਕੀਤਾ ਟੁੱਟ ਗਏ ਤਾਂ ਉਸ ਤੋਂ ਬਾਅਦ ਰੋਸਵਾਨ ਹੁੰਦੇ। ਪਤਾ ਅਸੀਂ ਕੱਚਾ ਹੈ, ਡਿੱਗ ਕੇ ਟੁੱਟੇਗਾ ਹੀ, ਪਰ ਦੇਹ ਕੱਚੀ ਹੈ, ਇਹਨੂੰ ਪੱਕੀ ਸਮਝ ਕੇ ਚੱਲਦੇ ਹਾਂ। ਮੰਨਦੇ ਹਾਂ ਕਿ ਹਰੇਕ ਅਵਸਥਾ ਇੰਝ ਹੀ ਬਣੀ ਰਹੇ, ਅਤੇ ਉਸ ਕਰਕੇ ਮਨੁੱਖ ਆਪਣਾ ਉਂਝ ਦਾ ਖਿਆਲ ਬਣਾ ਕੇ ਚੱਲਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਵਲ ਕਾਚੀ ਧਾਤ, ਬਣੀ ਵੀ ਕੱਚੇ ਤੱਤਾਂ ਤੋਂ ਹੈ। ਕੱਚੇ ਤੱਤਾਂ ਤੋਂ ਭਾਵ ਹੁਣ ਮਾਟੀ ਹੈ, ਮਿੱਟੀ ਤੋਂ, ਮਿੱਟੀ ਦਾ ਇੱਕ ਅੰਸ਼ ਸਾਡੇ ਸਰੀਰ ਵਿੱਚ ਸ਼ਾਮਲ ਹੈ। ਮਿੱਟੀ ਦਾ ਸਖਤ ਹੋਣਾ ਕਿੱਥੋਂ ਲੱਭਿਆ ਜਾ ਸਕਦਾ ਹੈ? ਮਿੱਟੀ ਦੇ ਬਹੁਤ ਵੱਡੇ ਢੇਲੇ ਜਿਹੜੇ ਸਖਤ ਹੁੰਦੇ ਨੇ ਉਹ ਵੀ ਥੋੜ੍ਹਾ ਜਿਹਾ ਯਤਨ ਕਰੀਏ ਟੁੱਟ ਜਾਂਦੇ ਨੇ। ਵਾਜੂ ਹੈ, ਵਾਜੂ ਨੂੰ ਕਿਵੇਂ ਕੋਈ ਠੋਸ ਆਕਾਰ ਨਹੀਂ ਦਿੱਤਾ ਜਾ ਸਕਦਾ ਹਵਾ ਨੂੰ, ਮਤਲਬ ਇੰਝ ਹੀ ਅਗਨ ਹੈ, ਅਗਨ ਨੂੰ ਕਿਹੜੀ ਠੋਸ ਕਿਸਮ 'ਚ ਪਾ ਸਕਦੇ ਹਾਂ? ਜੇ ਪਾਣੀ ਹੈ, ਪਾਣੀ ਨੂੰ ਕਿਸ ਆਕਾਰ ਵਿੱਚ ਕਰ ਸਕਦੇ ਹਾਂ? ਅਤੇ ਜਿਹੜਾ ਸਾਡਾ ਆਤਮ ਸਰੂਪ ਹੈ ਉਹਨੂੰ ਕਿਸ ਆਕਾਰ ਵਿੱਚ ਪਾ ਸਕਦੇ ਹਾਂ? ਕਿਸ ਠੋਸ ਸਖਤ ਆਕਾਰ ਵਿੱਚ ਪਾ ਸਕਦੇ ਹਾਂ? ਉਹ ਕਿਸੇ ਵਿੱਚ ਵੀ ਨਹੀਂ ਪੈਂਦਾ। ਇਸ ਕਰਕੇ ਸਾਡੇ ਤੱਤਾਂ ਦਾ ਨਿਰਮਾਣ ਜਿਹੜਾ ਹੈ ਉਹ ਆਪਣੇ ਆਪ ਦੇ ਵਿੱਚ ਵਹਿਣ ਵਾਲਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਇਆ ਕਾਚੀ ਕਾਰਵੀ, ਇਹ ਕੱਚਿਆਂ ਵਾਂਗ ਹੈ ਔਰ ਇਹਦੇ ਨਿਰਮਾਣ ਦੇ ਤੱਤ ਵੀ ਕੱਚੇ ਹਨ। ਇਸ ਕਰਕੇ ਮਨੁੱਖ ਤੇਰੀ ਦੇਹ ਅਸਥਿਰ ਹੈ। ਬਾਣੀ ਵਿੱਚ ਵਾਕ ਆਉਂਦੇ ਹਨ ਸਤਿਗੁਰੂ ਸਾਹਿਬ ਜੀ ਦੇ, ਤੀਨ ਸੰਗਿਆ ਕਰ ਦੇਹੀ ਕੀਨੀ ਜਲ ਕੂਕਰ ਪਸ ਮੇਹੀ, ਕਿ ਤਿੰਨਾਂ ਸੰਗਿਆ ਕਰਕੇ ਦੇਹੀ ਦਾ ਨਿਰਮਾਣ ਹੋ ਗਿਆ। ਪਰ ਮਨੁੱਖ ਦੀ ਫਿਤਰਤ ਹੈ ਕਿ ਮਨੁੱਖ ਇਸ ਗੱਲ ਦੀ ਗਹਿਰਾਈ ਨੂੰ ਨਹੀਂ ਸਮਝਦਾ। ਮਨੁੱਖ ਇੱਕ ਜਗ੍ਹਾ ਇੱਥੇ ਵੀ ਭੁੱਲ ਕਰਦਾ ਹੈ, ਮਨੁੱਖ ਨੂੰ ਆਪਣੀ ਅਵਸਥਾ ਦੇ ਤਲ 'ਤੇ ਵੀ ਨਹੀਂ ਜਿਉਣਾ ਚਾਹੀਦਾ। ਜਿਹੜੇ ਮਨੁੱਖ ਆਪਣੀ ਅਵਸਥਾ ਦੇ ਤਲ 'ਤੇ ਜਿਉਂਦੇ ਨੇ ਉਹ ਸਰੀਰ ਪ੍ਰਤੀ ਸ਼ਿਕਾਇਤ ਭਾਵ ਵਿੱਚ ਰਹਿੰਦੇ ਨੇ। ਸਰੀਰਕ ਤਲ ਦਾ ਭਾਵ ਇਹ, ਅਵਸਥਾ ਭਾਵ ਇਹ ਹੈ ਕਿ ਦੇਖੋ ਸਾਨੂੰ ਇਹ ਨੁਕਤਾ ਸਮਝਣਾ ਚਾਹੀਦਾ ਹੈ ਕਿ ਤੱਤਾਂ ਦੇ ਨਿਰਮਾਣ ਤੋਂ ਦੇਹ ਬਣੀ ਹੈ ਅਤੇ ਇਹ ਤੱਤ ਹੌਲੀ ਹੌਲੀ ਜੀਰਨ ਹੋਣਗੇ, ਅਤੇ ਇਹ ਉਸ ਦਿਨ ਤੋਂ ਹੀ ਜੀਰਨ ਹੋ ਰਿਹਾ ਜਿਸ ਦਿਨ ਤੋਂ ਸਾਡਾ ਜਨਮ ਹੋ ਗਿਆ। ਇਹ ਕੋਈ ਬੁਢਾਪਾ ਸਾਨੂੰ 50 ਸਾਲ ਤੋਂ ਬਾਅਦ ਨਹੀਂ ਆਉਣਾ ਸ਼ੁਰੂ ਹੁੰਦਾ। ਉਦਾਹਰਨ ਦੇ ਤੌਰ 'ਤੇ ਇਸ ਗੱਲ ਦੀ ਵੀ ਆਪ ਜੀ ਨੂੰ ਸ਼ਾਇਦ ਹੈਰਾਨਗੀ ਹੋਵੇ ਕਿ ਸਾਡਾ ਸਵਾਸ ਲੈਣਾ ਵੀ ਸਾਨੂੰ ਬੁੱਢੇ ਕਰਦਾ ਹੈ, ਸਾਡਾ ਭੋਜਨ ਖਾਣਾ ਵੀ ਸਾਨੂੰ ਹੌਲੀ ਹੌਲੀ ਜਰਾ ਰੋਗ ਦੀ ਤਰਫ ਲਿਜਾਂਦਾ ਹੈ, ਸਾਡੀਆਂ ਗੱਲਾਂ ਕਰਨੀਆਂ ਵੀ ਸਾਨੂੰ ਬੁਢਾਪੇ ਦੀ ਤਰਫ ਲਿਜਾਂਦੀਆਂ ਨੇ। ਮਨੁੱਖ ਪੁੱਛੇਗਾ ਕਿਵੇਂ? ਗੱਲਾਂ ਕਰਨ ਦੇ ਨਾਲ, ਭੋਜਨ ਖਾਣ ਦੇ ਨਾਲ, ਸਵਾਸ ਲੈਣ ਦੇ ਨਾਲ ਮਨੁੱਖ ਕਿਵੇਂ ਬੁੱਢਾ ਹੁੰਦਾ ਹੈ? ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ ਸਵਾਸ ਪ੍ਰਕਿਰਿਆ ਲੈਂਦੇ ਹਾਂ, ਆਪਣਾ ਸਵਾਸ ਪੂਰਾ ਕਰਦੇ ਹਾਂ, ਸਵਾਸ ਪ੍ਰਕਿਰਿਆ ਸਾਡੇ ਦੇਹ ਦੇ ਬਲ ਨੂੰ ਵਰਤਦੀ ਹੈ। ਮਤਲਬ ਸਾਡਾ ਸਾਹ ਪੂਰਾ ਹੋਣ ਦੇ ਲਈ ਸਰੀਰ ਦੇ ਕੁਝ ਅੰਦਰੂਨੀ ਹਿੱਸਿਆਂ ਦਾ ਲਗਾਤਾਰ ਜ਼ੋਰ ਚੱਲਦਾ, ਜਿਵੇਂ ਦਿਲ ਦਾ, ਸਾਹ ਪ੍ਰਣਾਲੀ ਦਾ। ਜਦੋਂ ਭੋਜਨ ਅਸੀਂ ਗ੍ਰਹਿਣ ਕਰਦੇ ਹਾਂ ਅਤੇ ਭੋਜਨ ਨੂੰ ਪਚਾਉਣ ਦੇ ਲਈ ਜਿਹੜੀ ਜਠਰ ਅਗਨੀ ਕੰਮ ਕਰਦੀ ਹੈ, ਉਹ ਸਾਡੀ ਦੇਹ ਦਾ ਤੇਜ ਹੁੰਦਾ ਹੈ। ਉਹ ਰੋਜ਼ ਕਰਨ ਕਰਕੇ ਜਦੋਂ ਬਿਰਧ ਅਵਸਥਾ ਆਉਂਦੀ ਹੈ, ਮੰਦ ਪੈ ਜਾਂਦੀ ਹੈ, ਬੰਦੇ ਦੀ ਖਾਣ ਪੀਣ ਦੀ ਲੋੜ ਇੱਕ ਪ੍ਰਸ਼ਾਦੇ ਤੱਕ ਸੀਮਤ ਰਹਿ ਜਾਂਦੀ। ਬੰਦਾ ਕਹਿੰਦਾ ਉਹੀ ਪੇਟ ਸੀ ਜਿਹਦੇ ਵਿੱਚ ਇੰਨੇ ਪ੍ਰਸ਼ਾਦੇ ਪਾ ਲੈਂਦਾ ਸੀ, ਹੁਣ ਇਹ ਘਟ ਕਿਉਂ ਗਿਆ ਹੈ? ਉਹਦਾ ਕਾਰਨ ਇਹ ਹੈ ਕਿ ਸਰੀਰ ਦੀ ਜਿਹੜੀ ਜਠਰ ਅਗਨੀ ਮੰਦ ਪੈ ਗਈ ਹੈ। ਇੰਝ ਹੀ ਮਨੁੱਖ ਦੇ ਬੋਲਣ ਕਰਕੇ ਉਹਦੇ ਜੀਵਨ ਦੀ ਜਿਹੜੀ ਸਾਰੀ ਐਨਰਜੀ ਬਣੀ ਹੁੰਦੀ ਹੈ ਉਹ ਵੀ ਪ੍ਰਵਾਹਿਤ ਹੁੰਦੀ ਹੈ, ਅਤੇ ਉਹ ਦਿਨ ਬ ਦਿਨ ਇਹਨਾਂ ਕਰਮਾਂ ਦੇ ਨਾਲ ਬੁੱਢਾ ਹੁੰਦਾ। ਹੁਣ ਉਦਾਹਰਨ ਦੇ ਤੌਰ 'ਤੇ ਜਿਹੜਾ ਇਹ 3 ਕਰਮ ਨਹੀਂ ਛੱਡ ਸਕਦਾ, ਇਹ 3 ਕਰਮ ਕੌਣ ਛੱਡ ਸਕਦਾ? ਦੁਨੀਆ ਦਾ ਕੋਈ ਮਨੁੱਖ ਨਹੀਂ ਛੱਡ ਸਕਦਾ। ਭੋਜਨ ਖਾਣਾ ਕੌਣ ਛੱਡੇਗਾ? ਬੋਲਣਾ ਕੌਣ ਛੱਡੇਗਾ? ਜਾਂ ਸਵਾਸ ਲੈਣਾ ਕੌਣ ਛੱਡ ਦੇਗਾ? ਇਸ ਕਰਕੇ ਯੋਗ ਮਤ ਨੇ ਗੱਲ ਬਣਾਈ ਨਾ ਕਿ ਸਵਾਸ ਘੱਟ ਲਓ, ਸਰੀਰ ਦਾ ਬਲ ਘੱਟ ਲੱਗੇਗਾ, ਸਰੀਰ ਜ਼ਿਆਦਾ ਜਵਾਨ ਰਹੇਗਾ। ਪਰ ਆਖਰ ਜਿਹੜੀ ਸਵਾਸਾਂ ਦੀ ਪੂੰਜੀ ਹੈ, ਭਾਵੇਂ ਇੱਕ ਸਵਾਸ ਨੂੰ 1 ਮਿੰਟ 'ਚ ਪੂਰਾ ਕਰੋ, ਪਰ ਸਵਾਸਾਂ ਦੀ ਪੂੰਜੀ ਤਾਂ ਫਿਰ ਵੀ ਘਟੇਗੀ। ਇਸ ਕਰਕੇ ਤਾਂ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਛਿਨ ਛਿਨ ਔਦ ਬਿਹਾਤ ਹੈ। ਇਹ ਵੱਖਰੀ ਗੱਲ ਹੈ ਉਸ ਛਿਨ ਨੂੰ ਅਸੀਂ ਲੰਬਾ ਕਰ ਲਈਏ ਜਾਂ ਸਮਝ ਲਈਏ, ਪਰ ਉਹ ਛਿਨ ਬੀਤੇਗਾ ਤਾਂ ਸਹੀ। ਹੁਣ ਉਦਾਹਰਨ ਦੇ ਤੌਰ 'ਤੇ ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਾਇਆ ਕਾਚੀ ਕਾਰਵੀ, ਤੇ ਸਾਨੂੰ ਅਵਸਥਾ ਦੇ ਤਲ 'ਤੇ ਨਹੀਂ ਜਿਉਣਾ ਚਾਹੀਦਾ। ਸਾਨੂੰ ਆਪਣੀ ਦੇਹ ਦਾ ਹੁਕਮ ਨੇਮ ਸਮਝਣਾ ਚਾਹੀਦਾ। ਦੇਹ ਦੇ ਹੁਕਮ ਨੇਮ ਦਾ ਮਤਲਬ ਹੈ ਕਿ ਸਰੀਰ ਤੱਤਾਂ ਤੋਂ ਬਣਿਆ, ਤੱਤਾਂ ਨੇ ਇੱਕ ਵਾਰੀ ਆਪਣਾ ਪੂਰਾ ਜ਼ੋਰ ਦਿਖਾਉਣਾ ਹੈ,
ਪਰ ਉਸ ਤੋਂ ਬਾਅਦ ਤੱਤਾਂ ਨੇ ਢਲਣਾ ਸ਼ੁਰੂ ਕਰ ਦੇਣਾ ਹੈ। ਅਤੇ ਜਿਸ ਦਿਨ ਤੋਂ ਇਹ ਢਲਣਾ ਸ਼ੁਰੂ ਕਰ ਦਿੱਤਾ, ਇਹਨਾਂ ਦੇ ਨਾਲ ਇੱਕ ਸੁਰ ਹੋਣਾ ਸ਼ੁਰੂ ਕਰਾਂਗੇ, ਇਹਨਾਂ ਦੇ ਵਿਪਰੀਤ ਨਹੀਂ ਜਾਵਾਂਗੇ। ਅਸੀਂ ਥੋੜ੍ਹਾ ਵਿਪਰੀਤ ਜਾਣ ਦੀ ਕੋਸ਼ਿਸ਼ ਕਰਦੇ ਹਾਂ ਅਤੇ ਫਿਰ ਜੀਵਨ ਦੇ ਵਿੱਚ ਦੁੱਖ ਬਣਦਾ ਹੈ। ਜੀਵਨ ਦੀ ਜਿਹੜੀ ਅਵਸਥਾ ਜੇ ਉਹਦੇ ਨਾਲ ਇੱਕ ਸੁਰ ਹੋ ਜਾਓ ਤਾਂ ਜੀਵਨ ਦੀ ਕੋਈ ਵੀ ਅਵਸਥਾ ਦੁੱਖਦਾਇਕ ਨਹੀਂ ਲੱਗਦੀ। ਜਿਵੇਂ ਕਿਸੇ ਉੱਤਮ ਪੁਰਖ ਦੇ ਵਾਕ ਹਨ, ਕਿਸੇ ਉੱਤਮ ਪੁਰਖ ਕੋਈ ਬਜ਼ੁਰਗ ਹੋ ਗਿਆ, ਚੱਲਿਆ ਨਾ ਜਾਵੇ, ਤਾਂ ਕਿਸੇ ਤਰ੍ਹਾਂ ਆਪਣੀ ਸਰੀਰਕ ਕਿਰਿਆਵਾਂ ਵੀ ਮਸਾਂ ਹੀ ਪੂਰੀਆਂ ਕਰਿਆ ਕਰੇ। ਉਹਦੇ ਕੋਲੋਂ ਕੋਈ ਮਨੁੱਖ ਗਿਆ, ਉਹ ਜਾ ਕੇ ਉਹਦੇ ਨਾਲ ਥੋੜ੍ਹੀ ਅਫਸੋਸਨਾਕ ਜੇ ਭਾਵ ਜ਼ਾਹਰ ਕਰਨ ਲੱਗ ਪਿਆ। ਕਹਿਣ ਲੱਗਾ, ਬੜੀ ਮਾੜੀ ਹਾਲਤ ਹੈ ਤੇਰੀ, ਤੇਰੇ ਕੋਲ ਚੱਲਿਆ ਨਹੀਂ ਜਾਂਦਾ, ਤੇਰੇ ਕੋਲ ਚੱਜ ਨਾਲ ਬੈਠਿਆ ਨਹੀਂ ਜਾਂਦਾ, ਤੇਰੀ ਬੜੀ ਮਾੜੀ ਹਾਲਤ ਹੈ। ਅੱਗੋਂ ਉਸ ਸਿਆਣੇ ਬਜ਼ੁਰਗ ਨੇ ਵਾਕ ਕਹੇ। ਕਹਿਣ ਲੱਗਾ, ਦਰਅਸਲ ਸਾਨੂੰ ਮਾਲਕ ਦਾ ਹੁਕਮ ਸਮਝਣਾ ਚਾਹੀਦਾ। ਕਹਿੰਦਾ, ਕਿਸ ਤਰ੍ਹਾਂ? ਕਹਿੰਦਾ, ਲੱਤਾਂ ਵਿੱਚ ਜੇ ਬਲ ਅੰਤਮ ਉਮਰ ਤੱਕ ਵੀ ਬਣਿਆ ਰਹੇ ਤਾਂ ਬੰਦੇ ਦੀ ਦੌੜ ਤਾਂ ਵੀ ਨਹੀਂ ਮੁੱਕੇਗੀ, ਇਹ ਚੱਲਦੀ ਰਹੇਗੀ। ਕਹਿੰਦਾ, ਇਸ ਕਰਕੇ ਮਾਲਕ ਸਾਡੀ ਦੇਹ ਦਾ ਬਲ ਘਟਾ ਦਿੰਦਾ ਅਤੇ ਸਾਡੇ ਉਸ ਹਿੱਸੇ ਨੂੰ ਸਿਰਫ ਜਾਰੀ ਰੱਖਦਾ ਜਿਸ ਹਿੱਸੇ ਦੇ ਨਾਲ ਸਾਡੀ ਅਧਿਆਤਮਿਕ ਸਾਧਨਾ ਹੋ ਸਕਦੀ ਹੈ। ਮਤਲਬ ਜੇ ਬੁਢਾਪੇ ਵਿੱਚ ਚੌਂਕੜਾ ਵੀ ਨਹੀਂ ਵੱਜਦਾ ਤਾਂ ਕੁਦਰਤੀ ਮਾੜਾ ਮੋਟਾ ਜਿਸ ਵੀ ਢੰਗ ਨਾਲ ਬੈਠ ਸਕਦੇ ਬੈਠਿਆ ਜਾ ਸਕਦਾ। ਅਤੇ ਕਹਿੰਦਾ, ਇਸ ਕਰਕੇ ਜੇ ਉਹਨੇ ਮੇਰੇ ਲੱਤਾਂ ਦਾ ਬਲ ਘਟਾ ਦਿੱਤਾ ਹੈ ਤਾਂ ਉਹਨੇ ਮੈਨੂੰ ਸੂਝ ਦਿੱਤੀ ਹੈ ਕਿ ਜਦੋਂ ਤੈਨੂੰ ਬਲ ਦਿੱਤਾ ਸੀ, ਜਦੋਂ ਤੇਰੇ ਦੇਹ 'ਚ ਪੂਰਾ ਬਲ ਸੀ, ਉਦੋਂ ਤਾਂ ਬੰਦਗੀ ਮਾਰਗ ਦੀ ਤੂੰ ਤਰਫ ਚੱਲ ਨਹੀਂ ਸਕਿਆ ਉਹਨਾਂ ਲੱਤਾਂ ਦੇ ਬਲ ਦਾ ਪ੍ਰਯੋਗ ਕਰਕੇ ਜੋਬਨ ਅਵਸਥਾ ਵਿੱਚ। ਹੁਣ ਇਸ ਬਲ ਨੂੰ ਖੋਲਿਆ, ਘੱਟੋ ਘੱਟ ਇੱਕ ਜਗ੍ਹਾ ਟਿਕ ਕੇ ਤਾਂ ਬੈਠ ਕੇ ਕਰਮ ਕਰ ਸਕਦਾ। ਕਹਿੰਦਾ, ਉਹਨੇ ਨੇਤਰਾਂ ਦੀ ਰੌਸ਼ਨੀ ਖੋਈ ਹੈ ਕਿ ਦਿੱਤੀ ਸੀ ਕਿ ਤਾਂ ਕਿ ਸਾਰਿਆਂ ਦੇ ਅੰਦਰ ਮਾਲਕ ਦੀ ਜੋਤ ਦੀ ਪਛਾਣ ਕਰਦਾ, ਪਰ ਨਹੀਂ ਕਰ ਸਕਿਆ। ਹੁਣ ਉਹਨੇ ਖੋਹ ਲਈ ਹੈ ਅਤੇ ਤਾਂ ਕਿ ਤੇਰੇ ਅੰਦਰ ਰੂਪਾਂ ਨੂੰ, ਆਕਾਰਾਂ ਨੂੰ ਦੇਖਣ ਦੀ ਇੱਛਾ ਹੀ ਮਰ ਜਾਏ। ਸ਼ਰਵਣ ਦੀ ਸ਼ਕਤੀ ਸੀ, ਦੂਰ ਦੂਰ ਮੀਲ ਦੀ ਗੱਲ ਸੁਣ ਜਾਂਦੀ ਸੀ, ਉਹਨੇ ਤਾਂ ਘਟਾ ਲਈ ਹੈ ਕਿ ਤੈਨੂੰ ਕੇਵਲ ਹੁਣ ਆਪਣਾ ਕਿਹਾ ਹੀ ਮਾੜਾ ਮੋਟਾ ਸੁਣ ਸਕੇ, ਦੁਨੀਆ ਦੇ ਸੁਣਨ ਦੀ ਖਾਹਿਸ਼ ਨਾ ਰਹੇ। ਅਤੇ ਕਹਿੰਦਾ, ਜਿਹੜਾ ਸਰੀਰ ਦੇ ਉੱਪਰ ਕੇਸ ਉੱਜਲ ਹੋ ਗਏ ਨੇ, ਇਹਨਾਂ ਕੇਸ ਉੱਜਲ ਨੇ ਕਹਿੰਦਾ ਜੀਵਨ ਦੇ ਵਿੱਚ ਇੱਕ ਸੰਕੇਤ ਦਿੱਤਾ ਹੈ ਕਿ ਜਿਹੜਾ ਜੀਵਨ ਦਾ ਕੋਈ ਰੰਗ ਥਿਰ ਰਹਿਣ ਵਾਲਾ ਨਹੀਂ। ਜਿਵੇਂ ਹੁਣ ਤੇਰਾ ਉੱਜਲ ਚਿੱਟਾ ਰੰਗ ਉੱਜਲ ਲੱਗਦਾ ਤੈਨੂੰ, ਇੰਜ ਦੇ ਤੇਰੇ ਕਰਮਾਂ ਦੇ ਸਾਰੇ ਆਚਰਣ ਉੱਜਲ ਹੋ ਜਾਣ ਤਾਂ ਤੇਰਾ ਜੀਵਨ ਸਫਲ ਹੈ। ਇਸ ਕਰਕੇ ਕਹਿੰਦਾ, ਮੈਨੂੰ ਤਾਂ ਮੇਰੀ ਸਾਰੀ ਦੇਹ ਸੰਕੇਤ ਕਰ ਰਹੀ ਹੈ। ਇਹ ਦੇਹ ਦੇ ਨੇਮ ਤੋਂ ਵਿਰਾਗ ਵੀ ਸਮਝਿਆ ਜਾ ਸਕਦਾ। ਬਾਬਾ ਫਰੀਦ ਸਾਹਿਬ ਜੀ ਨੇ ਸੰਕੇਤ ਕੀਤੇ। ਉਹ ਆਖਦੇ ਨੇ, ਇੰਨੀ ਨਿੱਕੀ ਜੰਗੀ ਹੈ ਥਲ ਡੂਗਰ ਪਵਿਓਮ, ਅੱਜ ਫਰੀਦੈ ਕੂਜੜਾ ਸਹਿ ਕੋਹਾਂ ਥਿਓਮ। ਕਹਿੰਦੇ ਇਹੀ ਲੱਤਾਂ ਸਨ, ਬੜੇ ਬੜੇ ਪਰਬਤ ਘੁੰਮ ਆਏ, ਪਹਾੜਾਂ ਤੱਕ ਦੀ ਸੈਰ ਕਰ ਆਉਂਦੇ ਸਾਂ। ਕਹਿੰਦੇ ਅੱਜ ਦੇਖ ਮਾਲਕ ਦੀ ਦੇਹ ਦਾ ਬਲ, ਦੇਹ ਦਾ ਨੇਮ ਦੇਖ, ਉਹਦੀ ਦਾ ਕਰਮ ਹੁਕਮ ਦੇਖ ਕਿ ਨੁੱਕਰ ਦੇ ਵਿੱਚ, ਕਾਰਨਰ ਦੇ ਵਿੱਚ ਪਿਆ ਹੋਇਆ ਘੜਾ ਵੀ ਉਹਦੇ 'ਚੋਂ ਪਾਣੀ ਨਹੀਂ ਲਿਆ ਜਾ ਰਿਹਾ ਉੱਠ ਕੇ। ਇਸ ਕਰਕੇ ਜੇ ਅਸੀਂ ਆਪਣੇ ਜੀਵਨ ਦੇ ਰਚਨਾ ਨੇਮ ਨੂੰ ਸਮਝਾਂਗੇ ਤਾਂ ਅਸੀਂ ਕਿਸੇ ਵੀ ਜੀਵਨ ਦੀ ਅਵਸਥਾ ਪ੍ਰਤੀ ਜਾਂ ਜੀਵਨ ਦੀ ਜੋ ਵੀ ਹਾਲਤ ਹੈ ਉਹਦੇ ਪ੍ਰਤੀ ਕਦੀ ਸ਼ਿਕਾਇਤ ਕਰਤਾ ਨਹੀਂ ਬਣਾਂਗੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਔਰ ਇਹ ਗੱਲ ਤਾਂ ਸਮਝ ਆਏਗੀ ਜੇ ਮਨੁੱਖ ਆਪਣੇ ਦੇਹ ਦੇ ਕੱਚੇਪਣ ਨੂੰ ਸਮਝੇਗਾ। ਅਤੇ ਕੱਚੇਪਣ ਨੂੰ ਸਮਝਣ ਦੇ ਲਈ ਉਹਨੂੰ ਆਪਣੇ ਦੇਹ ਦੀ ਰਚਨਾ ਦਾ ਨੇਮ ਸਮਝਣਾ ਪਏਗਾ। ਉਦਾਹਰਨ ਦੇ ਤੌਰ 'ਤੇ ਜਿਵੇਂ ਥੋੜ੍ਹੇ ਸਮੇਂ ਬਾਅਦ, ਕੁਝ ਦਿਨਾਂ ਬਾਅਦ ਬਸੰਤ ਰੁੱਤ, ਪੱਤਝੜ ਦਾ ਸਿਲਸਿਲਾ ਚੱਲ ਰਿਹਾ, ਰੁੱਖ ਬਿਲਕੁਲ ਪੱਤਿਆਂ ਤੋਂ, ਫੁੱਲਾਂ ਤੋਂ ਵਿਹੂਣ ਹੋ ਜਾਣਗੇ, ਕੋਈ ਪੰਛੀ ਵੀ ਨਹੀਂ ਉਹਨਾਂ 'ਤੇ ਆ ਕੇ ਚਹਿਕੇਗਾ, ਟਹਿਕੇਗਾ। ਉਸ ਤੋਂ ਬਾਅਦ ਪਰ ਸਾਨੂੰ ਇਸ ਗੱਲ ਦਾ ਕੋਈ ਦੁੱਖ ਨਹੀਂ ਹੋਏਗਾ। ਸਾਨੂੰ ਕਦੀ ਇਸ ਗੱਲ ਦਾ ਦੁੱਖ ਨਹੀਂ ਹੋਇਆ ਕਿ ਆਹ ਰੁੱਖ ਚੰਗਾ ਭਲਾ ਸੀ, ਪੱਤਝੜ ਆ ਕੇ ਇਹ ਸੁੰਨਾ ਕਿਉਂ ਹੋ ਗਿਆ। ਪਰ ਉਸ ਤੋਂ ਅਗਲਾ ਜੀਵਨ ਕੀ ਹੈ ਕਿ ਉਹ ਫਿਰ ਓਨੇ ਹੀ ਫੁੱਲਾਂ ਫਲਾਂ ਦੇ ਨਾਲ ਭਰਪੂਰ ਹੋ ਜਾਂਦਾ ਹੈ। ਇਸ ਕਰਕੇ ਪ੍ਰਕਿਰਤੀ ਦਾ ਨੇਮ ਹੈ ਕਿ ਜੋ ਉਹਨੇ ਰਚਨਾ ਕੀਤੀ ਹੈ, ਉਹਨੇ ਉਸ ਰਚਨਾ ਨੂੰ ਮੁੜ ਉਹਦੇ ਅਸਲ ਵਜੂਦ ਦੇ ਵਿੱਚ ਮਿਲਾਉਣਾ ਹੀ ਮਿਲਾਉਣਾ ਹੈ। ਇਹ ਸਾਡੀ ਅਣਜਾਣਤਾ ਹੈ ਕਿ ਅਸੀਂ ਚਾਹੁੰਦੇ ਹਾਂ ਕਿ ਮੁੜ ਅਸੀਂ ਉਸ ਵਜੂਦ ਦੇ ਵਿੱਚ ਨਹੀਂ ਮਿਲਣਾ। ਤਾਂ ਕਰਕੇ ਬਾਬਾ ਫਰੀਦ ਸਾਹਿਬ ਜੀ ਖਾਕ ਦਾ ਐਡਾ ਵੱਡਾ ਅਦਬ ਕਰਦੇ ਹਨ। ਕਹਿੰਦੇ, ਜੀਵਨ ਦਿਆਂ ਪੈਰਾਂ ਤਲੇ ਮੋਇਆਂ ਉੱਪਰ ਹੋਏ। ਉਹ ਕਹਿਣ ਲੱਗੇ, ਤੂੰ ਖਾਕ ਨਹੀਂ ਆ, ਤੂੰ ਮੇਰਾ ਜੀਵਨ ਹੈ, ਕਿਉਂਕਿ ਤੇਰੇ ਤੋਂ ਮੇਰੀ ਉਤਪਤੀ ਹੋਈ ਹੈ, ਤੇਰੇ ਕਰਕੇ ਮੇਰੇ ਜੀਵਨ ਦੇ ਵਿੱਚ ਹਿੱਸੇ ਚੱਲ ਰਹੇ ਹਨ।
ਇਸ ਕਰਕੇ ਉਦਾਹਰਨ ਦੇ ਤੌਰ 'ਤੇ ਹੁਣ ਮਿੱਟੀ ਦੇ ਤੱਤ ਦੀ ਪਛਾਣ ਕਰਨੀ ਹੋਵੇ ਕਿ ਸਾਡੇ ਸਰੀਰ ਵਿੱਚ, ਕਿਉਂਕਿ ਇਹ ਗੱਲਾਂ ਬੜੀਆਂ ਬਰੀਕ ਨੇ, ਨਹੀਂ ਇੰਨੇ ਸਮੇਂ 'ਚ ਸਾਂਝੀਆਂ ਹੋ ਸਕਦੀਆਂ, ਫਿਰ ਵੀ ਛੋਟੇ ਜਿਹੇ ਸੰਕੇਤ ਕਰਦੇ ਹਾਂ। ਜਿਵੇਂ ਮਨੁੱਖ ਕਿਵੇਂ ਪੁੱਛੇਗਾ ਕਿ ਮੇਰਾ ਤਨ ਮਿੱਟੀ ਤੋਂ ਕਿਵੇਂ ਬਣਿਆ। ਉਦਾਹਰਨ ਦੇ ਤੌਰ 'ਤੇ ਜਦੋਂ ਅਸੀਂ ਮ੍ਰਿਤੂ ਤੋਂ ਬਾਅਦ ਬੰਦੇ ਦੀ ਦੇਹ ਨੂੰ ਉਂਝ ਹੀ ਧਰਤੀ 'ਤੇ ਸੁੱਟ ਦਈਏ, ਕੁਝ ਵੀ ਨਾ ਉਹਦਾ ਉਪਚਾਰ ਕਰੀਏ, ਤਾਂ ਕੁਝ ਮਹੀਨਿਆਂ ਬਾਅਦ ਜਿਹੜੇ ਕਿਰਮ ਉਹਨੂੰ ਖਾ ਕੇ ਉਹਦਾ ਜਿਹੜਾ ਰੂਪ, ਆਖਰੀ ਰੂਪ ਬਣੇਗਾ ਨਾ, ਉਹ ਰਾਖ ਹੀ ਬਣੇਗਾ। ਇਹਦਾ ਮਤਲਬ ਹੈ ਜੋ ਅਸਲ ਸੀ ਉਹੀ ਬਾਕੀ ਰਹਿ ਗਿਆ, ਜਿਹੜਾ ਉਸ ਅਸਲ ਦਾ ਸੀ। ਜਿਵੇਂ ਉਦਾਹਰਨ ਦੇ ਤੌਰ 'ਤੇ ਮਿੱਟੀ ਦਾ ਕੋਈ ਭਾਂਡਾ ਤੋੜ ਦਿਓ, ਉਹ ਕੁਝ ਦਿਨਾਂ ਬਾਅਦ ਉਹਦਾ ਨਿੱਕਾ ਨਿੱਕਾ ਅੰਸ਼ ਹੋ ਕੇ ਫਿਰ ਮਿੱਟੀ ਵਿੱਚ ਸੰਮਿਲਿਤ ਹੋ ਜਾਂਦਾ। ਇਹ ਉਹਦੇ ਲੱਛਣ ਹਨ ਕਿ ਦੇਹ ਮਾਟੀ ਦੇ ਤੱਤ ਤੋਂ ਬਣੀ ਹੈ। ਇਹਦਾ ਹੋਰ ਵੀ ਇੱਕ ਲੱਛਣ ਹੈ, ਰੋਜ਼ਾਨਾ ਸਰੀਰ ਦੇ ਉੱਪਰ ਬੜੀ ਸਫਾਈ ਰੱਖਣ ਦੇ ਬਾਵਜੂਦ ਵੀ ਸਰੀਰ 'ਚੋਂ ਮੈਲ ਬਾਹਰ ਨਿਕਲਦੀ ਹੈ, ਅਤੇ ਮੈਲ ਨੂੰ ਥੋੜ੍ਹਾ ਚੰਗੀ ਤਰ੍ਹਾਂ ਕਿਸੇ ਸਰੀਰ ਦੇ ਹਿੱਸੇ ਨੂੰ ਰਗੜਿਆ ਜਾਵੇ ਤਾਂ ਉਹ ਮਿੱਟੀ ਵਰਗਾ ਤੱਤ ਬਣਦਾ ਹੈ। ਸਰੀਰ ਦੇ ਅੰਦਰੂਨੀ ਹਿੱਸੇ ਵਿੱਚੋਂ ਪਸੀਨਾ ਬਾਹਰ ਹੈ, ਪਸੀਨੇ ਨੂੰ ਜਦ ਉਹਦਾ ਕੁਝ ਪਰਤ ਜੀ ਜੰਮ ਗਈ, ਉਸ ਤੋਂ ਬਾਅਦ ਮਿੱਟੀ ਬਣ ਗਈ, ਅਤੇ ਇਸ ਗੱਲ ਦਾ ਸੰਕੇਤ ਕਰਦੀ ਹੈ ਕਿ ਇਹ ਦੇਹ ਜਿਹੜੀ ਹੈ ਇਹ ਮਾਟੀ ਤੋਂ ਬਣੀ। ਇਹਨਾਂ ਗੱਲਾਂ ਦੇ ਬਰੀਕ ਸੰਕੇਤ ਨੇ, ਸਾਰੇ ਤੱਤਾਂ ਦੇ ਸੰਕੇਤ ਨੇ ਕਿ ਹਵਾ ਕਿਵੇਂ ਚੱਲ ਰਹੀ ਸਰੀਰ 'ਚ, ਜਿਹੜੀ ਅਗਨ ਕਿਵੇਂ ਚੱਲ ਰਹੀ ਹੈ। ਇਸੇ ਤਰ੍ਹਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਵਲ ਕਾਚੀ ਧਾਤ, ਇਹ ਸਾਰੀ ਕੱਚੀ ਧਾਤ ਵਾਂਗ ਹੈ। ਅੱਗੇ ਆਖਦੇ ਹਨ ਸਾਬਤ ਰੱਖੇ, ਤਾਂ ਇਸ ਕਰਕੇ ਬਾਣੀ 'ਚ ਬਾਬਾ ਫਰੀਦ ਸਾਹਿਬ ਜੀ ਦੇ ਵਾਕ ਪ੍ਰਾਪਤ ਹਨ, ਗੰਢੇਂਦਿਆਂ ਛੇ ਮਾਹ ਤੁੜੰਦਿਆਂ ਹਿੱਕ ਖਿਨੋ। ਕਹਿੰਦੇ ਗਰਭ ਕਾਲ ਦੇ ਵਿੱਚ ਬੱਚੇ ਦੀ ਰਚਨਾ ਪੂਰੀ ਹੁੰਦਿਆਂ ਘੱਟੋ ਘੱਟ 6 ਮਹੀਨੇ ਦਾ ਸਮਾਂ ਲੱਗਦਾ, ਫਿਰ ਉਹਦਾ ਬਾਕੀ ਸਰੂਪ ਵਿਕਸਿਤ ਹੁੰਦਾ, ਬਾਕੀ ਰੂਪ ਆਕਾਰ। ਪਰ ਕਹਿੰਦੇ ਬਣਦਿਆਂ 6 ਮਹੀਨੇ ਨੇ, ਅਤੇ ਇਸ ਸਰੀਰ ਦੀ ਰਚਨਾ ਨੂੰ ਟੁੱਟਦਿਆਂ ਇੱਕ ਖਿਣ ਲੱਗਦਾ। ਮਤਲਬ ਜਿਹੜਾ ਪ੍ਰਾਣ ਬਾਹਰ ਦਾ ਬਾਹਰ, ਜਿਹੜਾ ਅੰਤਰੀਵ ਦਾ ਅੰਤਰੀਵ ਰਹਿ ਗਿਆ। ਇਸ ਕਰਕੇ ਜੀਵਨ ਤਾਂ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਵਲ ਕਾਚੀ ਧਾਤ, ਇਹ ਕੱਚੀ ਧਾਤ ਵਾਂਗ ਇਹਦੀ ਸੰਭਾਲ ਕਰਨੀ ਜਾਂ ਕਿਸੇ ਤਰ੍ਹਾਂ ਦਾ ਯਤਨ ਕਰਨਾ, ਭਗਤ ਕਬੀਰ ਸਾਹਿਬ ਜੀ ਕਹਿੰਦੇ ਆਪਣੇ ਆਪ ਦੇ ਵਿੱਚ ਵਿਅਰਥ ਹੈ। ਇੱਕ ਪ੍ਰੇਰਣਾਤਮਕ ਗਾਥਾ ਆਪਦੇ ਸਨਮੁਖ ਰੱਖਦਿਆਂ ਤਾਂ ਕਿ ਇਹ ਅਭਿਆਸ ਸੁਰਥਿਰ ਹੋ ਜਾਵੇ। ਕਹਿੰਦੇ ਕੋਈ ਬੜਾ ਧਨਵਾਨ ਮਹਾਤਮਾ ਸੀ, ਬਹੁਤ ਧਨ ਸੀ, ਪਰ ਹੈ ਉਹ ਮਹਾਤਮਾ ਸੀ, ਆਪਣੇ ਧਨ ਦੇ ਗੁਮਾਨ ਵਿੱਚ, ਉਹਦੇ ਮੋਹ ਵਿੱਚ ਨਹੀਂ ਸੀ ਰਹਿੰਦਾ, ਉਹਦੀ ਪਕੜ ਤੋਂ ਨਿਰਲੇਪ ਸੀ। ਆਪਣੇ ਸਾਰੇ ਧਨ ਦਾ ਅਰਪਣ ਕਰਕੇ, ਦਾਨ ਪੁੰਨ ਆਦਿ ਕਰਕੇ ਜੰਗਲ ਦੇ ਵਿੱਚ ਗਿਆ, ਅਤੇ ਉੱਥੇ ਜਾ ਕੇ ਉਹਨੇ ਕੁਟੀਆ ਬਣਾ ਕੇ ਥੋੜ੍ਹੀ ਜਿਹੀ ਛੰਨ ਜਿਹੀ ਬਣਾ ਕੇ ਰਹਿਣ ਲੱਗ ਪਿਆ। ਤਾਂ ਜਦੋਂ ਉਹਦੀ ਹੌਲੀ ਹੌਲੀ ਉਹਦੀ ਭਗਤੀ ਦਾ ਜਸ ਫੈਲਿਆ, ਲੋਕ ਬੜੀ ਭੇਟ ਆਦਿਕ ਰੱਖਣ ਲੱਗ ਪਏ, ਪਰ ਉਹਦੇ ਤੋਂ ਨਿਰਲੇਪ ਰਿਹਾ। ਇੱਕ ਮਨੁੱਖ ਉਹਦੇ ਕੋਲ ਗਿਆ, ਕਹਿਣ ਲੱਗਾ ਕਿ ਤੁਹਾਡੇ ਕੋਲੋਂ ਇੰਨਾ ਧਨ ਹੈ, ਘੱਟੋ ਘੱਟ ਆਪਣੀ ਕੁਟੀਆ ਹੀ ਜਿਹੜੀ ਹੈ ਉਹ ਮਜ਼ਬੂਤ ਬਣਾ ਲਓ ਥੋੜ੍ਹੀ ਜਿਹੀ, ਜਦੋਂ ਤੁਸੀਂ ਬੈਠਦੇ ਹੋ ਵਰਖਾ ਵੁਰਖਾ ਤੱਕ ਵੀ ਤੁਹਾਡੇ ਅੰਦਰ ਆ ਜਾਂਦੀ ਹੈ, ਗਰਮੀ ਦਾ ਪ੍ਰਭਾਵ ਵੀ ਆਉਂਦਾ ਹੈ। ਉਹ ਕਹਿਣ ਲੱਗਾ ਸਿਰਫ ਮੈਂ ਇੱਕ ਵਾਕ ਕਹਿਣਾ ਹੈ, ਜੇ ਤੈਨੂੰ ਸਮਝ ਆ ਗਿਆ ਠੀਕ ਹੈ, ਨਹੀਂ ਤਾਂ ਤੇਰੀ ਇੱਛਾ। ਮੈਂ ਕਹਿੰਦਾ ਤੇਰੀ ਗੱਲ ਦਾ ਜਵਾਬ ਦੇਵਾਂਗਾ। ਉਹ ਕਹਿਣ ਲੱਗਾ, ਕਹਿੰਦਾ ਜੀ ਹਾਂਜੀ ਦੱਸੋ। ਕਹਿਣ ਲੱਗਾ ਕੱਚੇ ਦੀ ਸੰਭਾਲ ਦੇ ਲਈ ਪੱਕਾ ਨਹੀਂ ਉਸਾਰਿਆ ਜਾ ਸਕਦਾ, ਕੱਚੇ ਦੀ ਸੰਭਾਲ ਦੇ ਲਈ ਪੱਕਾ ਨਹੀਂ ਉਸਾਰਿਆ ਜਾ ਸਕਦਾ। ਭਾਵ ਜਿਸ ਮਕਾਨ ਦੀ, ਜਿਸ ਕੁਟੀਆ ਦੇ ਨਿਰਮਾਣ ਦੇ ਲਈ ਤੂੰ ਕਹਿ ਰਿਹਾ, ਜੇ ਮੈਂ ਉਹਦਾ ਨਿਰਮਾਣ ਵੀ ਕਰ ਲਵਾਂ, ਉਹਦੀ ਮਿਆਦ ਹੋ ਸਕਦਾ ਮੇਰੇ ਜੀਵਨ ਤੋਂ ਵੱਧ ਹੋਵੇ ਔਰ ਪੱਕੀ ਹੋਏਗੀ, ਅਤੇ ਜਿਹਨੂੰ ਹੇਠਾਂ ਸੰਭਾਲਣਾ ਹੈ ਉਹ ਤਾਂ ਕੱਚਾ ਹੈ। ਫਿਰ ਕੱਚੇ ਦੀ ਸੰਭਾਲ ਦੇ ਲਈ ਪੱਕੇ ਦਾ ਉਦਮ ਕਿਉਂ ਕੀਤਾ ਜਾਵੇ? ਇਸ ਕਰਕੇ ਬਾਣੀ 'ਚ ਵਾਕ ਆਉਂਦੇ ਹਨ, ਗਹਿਰੀ ਕਰਕੇ ਨੀਵ ਖੁਦਾਈ, ਉੱਪਰ ਮੰਡਪ ਛਾਏ, ਮਾਰ ਕੰਡੇ ਤੇ ਕੋ ਅਧਿਕਾਈ, ਜਿਨ ਤ੍ਰਿਣ ਧਰ ਮੂੰਡ ਮਲਾਏ। ਮਾਰ ਕੰਡੇ ਵਰਗਾ ਰਿਸ਼ੀ ਜਿਹਦੀ 1000 ਵਰਸ਼ ਆਜੂ ਸੀ, 1000 ਵਰਸ਼ ਆਜੂ ਹੋਣ ਦੇ ਬਾਅਦ ਤ੍ਰਿਣ ਆਦਿਕ ਦੀ ਕੁਟੀਆ ਬਣਾ ਕੇ ਰਿਹਾ। ਇਹਦਾ ਭਾਵ ਕੀ ਹੈ ਕਿ ਜਿਨ੍ਹਾਂ ਨੇ ਇਸ ਗੱਲ ਨੂੰ ਜਾਣਿਆ ਉਹ ਇਸ ਤਰ੍ਹਾਂ ਦਾ ਜੀਵਨ ਜਿਉਂਦੇ ਹਨ। ਇਸ ਕਰਕੇ ਸਰੀਰਕ ਤਲ ਦੀ ਹੰਗਤਾ ਦਾ ਜੀਵਨ ਸਾਨੂੰ ਛੱਡਣਾ ਪਏਗਾ। ਜੇ ਅਸੀਂ ਨਹੀਂ ਛੱਡਦੇ, ਅਸੀਂ ਅਧਿਆਤਮਿਕ ਨਹੀਂ ਹੋ ਸਕਾਂਗੇ। ਉਦਾਹਰਨ ਦੇ ਤੌਰ 'ਤੇ ਜੀਵਨ ਦੇ ਅੰਤਿਮ ਪੜਾਅ ਤੱਕ ਬਸਤਰਾਂ ਦੀ ਸੁੱਧ ਹੀ ਬਣੀ ਰਹਿੰਦੀ ਹੈ। ਬੜੇ ਦੇਖੋ ਸਹੀ ਕਿਤੇ ਵਰਤਮਾਨ ਜਿਹੜੀ ਮਨੁੱਖਤਾ ਚੱਲ ਰਹੀ ਹੈ, ਇਹਨਾਂ ਦੇ ਪਹਿਨਣ 'ਚ ਵੀ ਅਧਿਆਤਮਿਕਤਾ ਨਹੀਂ ਹੈ, ਇੰਨੇ ਰੰਗਾਂ ਦੀ ਭਰਮਾਰ ਹੈ। ਉਦਾਹਰਨ ਦੇ ਤੌਰ 'ਤੇ ਸਾਤਵਿਕ ਰੰਗ ਨੇ। ਹੁਣ ਉਦਾਹਰਨ ਦੇ ਤੌਰ 'ਤੇ ਸਾਨੂੰ ਜਿਹੜਾ ਰੰਗਾਂ ਦਾ ਆਕਰਸ਼ਣ ਪਾਉਂਦਾ ਹੈ ਨਾ, ਉਹਦੇ ਵਿੱਚ ਵੀ ਸਾਡੀ ਅਧਿਆਤਮਿਕਤਾ ਨਹੀਂ ਹੈਗੀ। ਆਕਾਸ਼ ਦਾ ਰੰਗ ਜਿਹੜਾ ਹੈ ਕਦੀ ਸਾਡੇ ਵਸਤਰਾਂ 'ਚ ਨਹੀਂ ਆਇਆ,
ਖਾਕ ਦਾ ਰੰਗ ਕਦੀ ਸਾਡੇ ਵਸਤਰਾਂ 'ਚ ਨਹੀਂ ਆਇਆ, ਅਗਨ ਦਾ ਰੰਗ ਕਦੀ ਸਾਡੇ ਵਸਤਰਾਂ 'ਚ ਨਹੀਂ ਆਇਆ, ਜਲ ਦਾ ਰੰਗ ਕਦੀ ਸਾਡੇ ਵਸਤਰਾਂ 'ਚ ਨਹੀਂ ਆਇਆ। ਸਾਡੇ ਤਾਂ ਪਹਿਨਣ ਦੇ ਵਿੱਚ ਹੀ ਅਧਿਆਤਮਿਕਤਾ ਨਹੀਂ, ਤੇ ਸਾਡਾ ਜੀਵਨ ਅੰਦਰੂਨੀ ਅਧਿਆਤਮਿਕ ਕਿਵੇਂ ਹੋ ਜਾਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ ਕਿ ਤਾਂ ਕਰਕੇ ਇਹ ਕਿਹਾ ਜਾਂਦਾ ਹੈ ਕਿ ਜੀਵਨ ਦੇ ਵਿੱਚ ਦੇਹ ਦੇ ਤਲ 'ਤੇ ਵੀ ਆਪਣਾ ਅਧਿਆਤਮਿਕ ਅਭਿਆਸ ਪਾਲਣਾ ਚਾਹੀਦਾ ਹੈ। ਇਸ ਕਰਕੇ ਦੇਖੋ, ਜਦੋਂ ਅਸੀਂ ਸਾਡਾ ਧਾਰਮਿਕ ਸਥਾਨਾਂ ਦੀ ਜਿਹੜੀ ਅਧਿਆਤਮਿਕਤਾ ਉਹ ਤਾਂ ਜੁੜੀ ਹੈ। ਉਹਦੀ ਚਰਨ ਧੂੜ ਦੇ ਮੱਥੇ ਨੂੰ ਲਾਉਣ ਦਾ ਮਤਲਬ ਕੀ ਹੈ ਕਿ ਸਾਨੂੰ ਇਹ ਖਿਆਲ ਰਹੇ ਕਿ ਸਾਡਾ ਦੇਹ ਦਾ ਅਸਲ ਵਜੂਦ ਆ ਬਾਅਦ ਦੇ ਵਿੱਚ ਕਿਣਕਾ ਕਿਣਕਾ ਹੀ ਹੋਣਾ ਹੈ। ਜਲ ਦੇ ਵਿੱਚੋਂ ਗੁਜ਼ਰਨ ਦਾ ਇਸ਼ਨਾਨ ਰੂਪ ਦੇ ਵਿੱਚ ਮਤਲਬ ਹੈ ਕਿ ਦੇਹ ਦਾ ਅਸਲ ਆਧਾਰ ਜਲ ਹੈ, ਅਤੇ ਆਵਾਜ਼ ਸਾਡੀ ਸਾਨੂੰ ਦੱਸਦੀ ਹੈ ਕਿ ਦੇਹ ਦੇ ਵਿੱਚ ਪਵਨ ਚੱਲਣ ਕਰਕੇ ਹੀ ਦੇਹ ਦੀ ਆਵਾਜ਼ ਬਣਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਵਲ ਕਾਚੀ ਧਾਤ ਸਾਬਤ ਰੱਖੇ ਤਾਂ ਰਾਮ ਭਜ। ਹੁਣ ਦੋ ਕਾਰਨ ਨੇ। ਜੇ ਭਾਂਡਾ ਕੱਚਾ ਹੈ ਤਾਂ ਇਹਦਾ ਅਰਥ ਨਹੀਂ ਕਿ ਹੁਣ ਉਹਦੇ ਕੱਚੇ ਹੋਣ ਦਾ ਨੁਕਸ ਕੱਢੀ ਜਾਈਏ। ਹੁਣ ਇਹਦਾ ਅਰਥ ਹੈ ਇਹਦੀ ਸੰਭਾਲ ਜ਼ਿਆਦਾ ਸ਼ਿੱਦਤ ਨਾਲ ਕਰੀਏ, ਜ਼ਿਆਦਾ ਧਿਆਨ ਦੇ ਨਾਲ ਕਰੀਏ। ਜੀਵਨ ਤਾਂ ਖਤਮ ਹੋਏਗਾ, ਬ੍ਰਿਧ ਵੀ ਬੀਤੇਗਾ, ਬਚਪਨ ਵੀ ਜਾਏਗਾ, ਜੋਬਨ ਵੀ ਜਾਏਗਾ, ਪਰ ਇਸਦੇ ਜਾਣ ਤੋਂ ਪਹਿਲਾਂ ਪਹਿਲਾਂ ਕੁਝ ਐਸਾ ਹੈ ਜਿਹੜਾ ਸਾਨੂੰ ਸਦੀਵਤਾ ਦੇ ਵਿੱਚ ਪਾ ਸਕਦਾ ਹੈ। ਉਹ ਭਗਤ ਕਬੀਰ ਸਾਹਿਬ ਜੀ ਆਖਦੇ ਉਹ ਕਰਮ ਹੈ ਸਾਬਤ ਰੱਖਣ ਵਾਲਾ। ਕਰਮ ਕੀ ਹੈ? ਰਾਮ ਭਜ। ਹੁਣ ਜਿਤਨੇ ਅਧਿਆਤਮਿਕ ਪੁਰਖ ਹੋਏ ਨੇ ਉਹਨਾਂ ਦੇ ਸਰੀਰਕ ਆਕਾਰ ਬਾਕੀ ਨਹੀਂ ਹਨ। ਉਹ ਕਿਸ ਤਰ੍ਹਾਂ ਦੇ ਰੂਪ ਵਿੱਚ ਪੈਦਾ ਹੋਏ, ਕਿਵੇਂ ਉਹਨਾਂ ਦਾ ਸਰੀਰਕ ਕੱਦ ਕਾਠ ਸੀ, ਸਾਨੂੰ ਇਸ ਗੱਲ ਦੇ ਨਾਲ ਨਾ ਕੋਈ ਮਤਲਬ ਹੈ ਅਤੇ ਨਾ ਸਾਨੂੰ ਯਾਦ ਹੈ। ਸਾਨੂੰ ਇਹ ਯਾਦ ਹੈ ਕਿ ਉਹਨਾਂ ਸਰੀਰਾਂ ਦੇ ਵਿੱਚੋਂ ਕੋਈ ਗਿਆਨ ਦੀ ਧਾਰਾ ਵਗੀ, ਜਿਵੇਂ ਭਗਤ ਕਬੀਰ ਸਾਹਿਬ ਜੀ, ਉਹਨਾਂ ਦੀ ਮੁਬਾਰਕ ਦੇਹਾ ਹੈ, ਉਹਦੇ ਵਿੱਚੋਂ ਗਿਆਨ ਦੀ ਧਾਰਾ ਵਗੀ ਅੱਜ ਕਿਤਨੇ ਮਨੁੱਖਾਂ ਨੂੰ ਗਿਆਨ ਦੀ ਸ਼ੀਤਲਤਾ ਪਹੁੰਚਾ ਰਹੀ ਹੈ। ਅਤੇ ਉਹ ਸਾਬਤ ਹੋ ਕੇ, ਸਾਬਤ ਦਾ ਮਤਲਬ ਕੀ ਹੈ? ਹੁਣ ਸਾਬਤ ਦੇ ਵਿੱਚ ਇੱਕ ਰਮਜ਼ ਹੈ ਕਿ ਬੰਦੇ ਦੀ ਜ਼ਿੰਦਗੀ 'ਚ ਸਰੀਰ ਦਾ ਅਤੇ ਉਹਦੀ ਜੋਤ, ਆਤਮ ਜੋਤ ਦਾ ਦਵੰਦ ਚੱਲਦਾ ਹੈ ਆਤਮਾ ਵੱਡੀ ਪਰ ਬੰਦਾ ਸਰੀਰ ਨੂੰ ਵੱਡਾ ਮੰਨਦਾ ਹੈ। ਇਸ ਕਰਕੇ ਉਹ ਸਰੀਰ ਦੇ ਰਸਾਂ ਕਸਾਂ ਨੂੰ ਪੂਰਾ ਕਰਨ ਲੱਗ ਪੈਂਦਾ ਹੈ। ਜਦੋਂ ਸਰੀਰ ਦੇ ਰਸਾਂ ਕਸਾਂ ਨੂੰ ਪੂਰਾ ਕਰਦਾ ਹੈ ਤਾਂ ਉਦੋਂ ਉਹ ਮਨੁੱਖ ਜਿਹੜਾ ਹੈ ਅਧੂਰੇਪਣ 'ਚ ਚਲਿਆ ਜਾਂਦਾ ਹੈ। ਉਦਾਹਰਨ ਦੇ ਤੌਰ 'ਤੇ ਜ਼ੁਬਾਨ ਦਾ ਰਸ ਹੈ, ਇੱਕ ਤਾਂ ਇਹ ਸਰੀਰ ਦੇ ਲੋੜਾਂ ਦੀ ਪੂਰਤੀ ਕਰਨੀ, ਪਰ ਇੱਕ ਜ਼ੁਬਾਨ ਦਾ ਰਸ ਹੈ ਜਿਹੜਾ ਬੜੇ ਗਲਤ ਪਦਾਰਥਾਂ ਦੇ ਨਾਲ ਜੁੜਿਆ ਹੋਇਆ, ਹਿੰਸਕ ਤਰ੍ਹਾਂ ਦੇ ਪਦਾਰਥਾਂ ਨਾਲ ਜੁੜਿਆ ਹੋਇਆ। ਹੁਣ ਹੁੰਦਾ ਕੀ ਹੈ ਕਿ ਉਹ ਦੇਹ ਦਾ ਰਸ ਹੈ ਅਤੇ ਦੇਹ ਦੇ ਰਸ ਵੀ ਜੀਰਨ ਹੋਣਗੇ। ਜੋ ਜੋਬਨ ਦੇ ਵਿੱਚ ਦੇਹ ਦੇ ਜ਼ੁਬਾਨ ਦੇ ਰਸ ਨੇ ਉਹ ਬੁਢਾਪੇ 'ਚ ਨਹੀਂ ਹੋਣਗੇ। ਇਸ ਕਰਕੇ ਜੇ ਰਸ ਹੀ ਇੱਕ ਥਿਰ ਨਹੀਂ ਹਨ ਤਾਂ ਇਹਨਾਂ ਰਸਾਂ ਦੇ ਮਗਰ ਲੱਗ ਕੇ ਸਰੀਰਕ ਤਲ ਦੇ ਰਸਾਂ ਨੂੰ ਪੂਰਿਆਂ ਕਰਦਿਆਂ ਆਤਮਾ ਦੇ ਅਸਲ ਜੀਵਨ ਤੋਂ, ਅਸਲ ਲੋੜ ਤੋਂ ਅਣਜਾਣ ਰਹਿਣਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵੀ ਅਧੂਰਾਪਣ ਹੈ। ਇਸ ਕਰਕੇ ਬੰਦਾ ਸਾਰੀ ਜ਼ਿੰਦਗੀ ਜੀਵਨ ਨੂੰ, ਸਰੀਰ ਦੇ ਜੀਵਨ ਨੂੰ ਪੂਰਾ ਕਰਦਾ ਹੈ ਉਸ ਸਰੀਰ ਦੇ ਰਸਾਂ ਦਾ। ਹੁਣ ਉਦਾਹਰਨ ਦੇ ਤੌਰ 'ਤੇ ਜਿਤਨੇ ਵੀ ਅਨੁਭਵ ਨੇ ਸਾਨੂੰ ਸਰੀਰ ਦੇ ਤਲ 'ਤੇ, ਕਦੀ ਕਿਸੇ ਬੰਦੇ ਨੇ ਪਛਾਣ ਕਰਨ ਦਾ ਯਤਨ ਕੀਤਾ ਕਿ ਮੇਰੀ ਆਤਮਾ ਦੀ ਕੀ ਲੋੜ ਹੈ? ਸਰੀਰ ਦੀਆਂ ਲੋੜਾਂ ਦਾ ਹਰੇਕ ਮਨੁੱਖ ਨੂੰ ਗਿਆਨ ਹੈ, ਔਰ ਬੜੀ ਘਾਲਣਾ ਕਰਕੇ ਹਰੇਕ ਮਨੁੱਖ ਪੂਰਾ ਕਰਦਾ ਹੈ। ਪਰ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਮੇਰੀ ਆਤਮ ਦੀ ਲੋੜ ਕੀ ਹੈ, ਜਿਹਦੇ ਕਰਕੇ ਮੇਰਾ ਜੀਵਨ ਬਣਿਆ ਹੋਇਆ। ਇਸ ਕਰਕੇ ਗੁਰੂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਾਬਤ ਰੱਖੇ। ਇਹ ਨਾ ਹੋਵੇ ਕਿ ਤੈਨੂੰ ਆਪਣੇ ਆਤਮਿਕ ਸਰੂਪ ਦਾ ਚੇਤਾ ਭੁੱਲ ਜਾਏ ਅਤੇ ਆਪਣੇ ਆਕਾਰ ਦੇ ਵਿੱਚ ਭਰਮਦਿਆਂ ਹੋਇਆ ਉਹਦੇ ਰਸਾਂ ਕਸਾਂ ਦਾ ਗੁਲਾਮ ਰਹੇ ਅਤੇ ਆਪਣੇ ਜੀਵਨ ਦਾ ਅਸਲ ਕਰਮ ਛੱਡ ਬੈਠੇ। ਨਾਹੇ ਤਾਂ ਬਿਨਠੀ ਬਾਤ। ਕਹਿੰਦੇ ਜੇ ਸਾਬਤ ਰੱਖਣਾ ਹੈ ਤਾਂ ਪਰਮੇਸ਼ਰ ਦਾ ਸਿਮਰਨ ਰੂਪ ਅਭਿਆਸ ਕਰਮ ਕਰ। ਮਤਲਬ ਇਹ ਜ਼ੁਬਾਨ ਸੜ ਜਾਏਗੀ ਸੰਸਕਾਰ ਉਪਰੰਤ, ਪਰ ਇਹਦੇ ਨਾਲ ਜਿਹੜੇ ਗਾਏ ਹੋਏ ਗੁਣ ਨੇ, ਪ੍ਰਭੂ ਦੀ ਕੀਤੀ ਹੋਈ ਕੀਰਤੀ ਹੈ, ਉਹ ਨਾਸ਼ ਹੋਣ ਵਾਲੀ ਨਹੀਂ। ਜਿੰਨਾ ਅਸੀਂ ਬਾਣੀ 'ਚ ਜਿਤਨੇ ਬਾਣੀਕਾਰਾਂ ਦਾ ਜ਼ਿਕਰ ਪੜ੍ਹਦੇ ਹਾਂ, ਇਹ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ। ਉਹਨਾਂ ਨੇ ਕੀਰਤਨ ਕੀਤਾ ਕਿਸੇ ਸਮੇਂ ਇਸ ਚੀਜ਼ ਦਾ। ਜੋ ਬਾਣੀ ਦੇ ਪਾਵਨ ਵਾਕ ਪੜ੍ਹਦੇ ਹਾਂ, ਇਹ ਬਾਣੀ ਦਾ ਪਾਵਨ ਕੀਰਤਨ ਸਾਨੂੰ ਅੱਜ ਵੀ ਸ਼ੀਤਲ ਆਨੰਦ ਦੇ ਰਿਹਾ। ਇਸ ਕਰਕੇ ਕਹਿੰਦੇ ਸਾਬਤ ਰੱਖੇ। ਜੀਵਨ ਤਾਂ ਸਾਬਤ ਰਹਿਣਾ ਹੈ, ਇੰਜ ਨਹੀਂ ਸਾਬਤ ਰਹਿਣਾ ਕਿ ਮਰਨ ਤੋਂ ਬਾਅਦ ਮੇਰੀ ਸਮਾਧੀ ਬਣਾ ਦਿਓ, ਮਰਨ ਤੋਂ ਬਾਅਦ ਮੇਰਾ ਬੁੱਤ ਬਣਾ ਦਿਓ, ਮਰਨ ਤੋਂ ਬਾਅਦ ਕਿਤੇ ਪੱਕੀ ਸਿਲ 'ਤੇ ਮੇਰਾ ਨਾਮ ਲਿਖ ਦਿਓ। ਇੰਜ ਜੀਵਨ ਸਾਬਤ ਨਹੀਂ ਰਹਿਣਾ। ਇਹ ਚੀਜ਼ਾਂ ਖੁਰਨਗੀਆਂ ਹੀ ਖੁਰਨਗੀਆਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾਹੇ ਤਾਂ ਬਿਨਠੀ ਬਾਤ। ਜੇ ਸਾਬਤ ਰੱਖਣ ਦੀ ਇੱਛਾ ਹੈ ਜੀਵਨ ਨੂੰ, ਇਹ ਦੇਹ ਦਾ ਆਕਾਰ ਭਰ ਬਿਨਸ ਜਾਏਗਾ, ਪਰ ਦੇਹ ਦੇ ਵਿੱਚੋਂ ਜਿਹੜੀ ਕੀਤੀ ਕੋਈ ਕਮਾਈ ਹੈ
ਉਹ ਸਦੀਵ ਰਹੇਗੀ ਅਤੇ ਉਹ ਤਾਂ ਰਹੇਗੀ ਜੇ ਜੀਵਨ ਸਾਬਤ ਰਹੇਗਾ, ਅਤੇ ਸਾਬਤ ਜੀਵਨ ਤਾਂ ਰਹਿਣਾ ਹੈ ਜੇ ਪ੍ਰਭੂ ਦੀ ਸਿਫਤ ਸਲਾਹ ਦਾ ਕਰਮ ਜ਼ਿੰਦਗੀ 'ਚ ਪੈਦਾ ਹੋ ਸਕੇਗਾ। ਨਹੀਂ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਮੁੱਚਾ ਪ੍ਰਯੋਜਨ ਜਿਹੜਾ ਹੈ ਵਿਅਰਥ ਚੱਲਿਆ ਜਾਣਾ। ਹੁਣ ਨਾਹੇ ਤਾਂ ਬਿਨਠੀ ਬਾਤ ਦਾ ਅਰਥ ਕੀ ਹੈ? ਦੇਖੋ, ਅਸੀਂ ਜਿਸ ਇੱਥੇ ਨਗਰ ਵਿੱਚ ਰਹਿ ਰਹੇ ਹਾਂ, ਔਸਤਨ ਹੈ ਮਹੀਨੇ ਦੇ ਵਿੱਚ 100 ਪ੍ਰਾਣੀ ਇੱਥੇ ਅਕਾਲ ਚਲਾਣਾ ਕਰਦਾ ਹੋਏਗਾ। ਅਕਾਲ ਚਲਾਣਾ ਕਰਦਾ ਹੋਏਗਾ, ਸਾਨੂੰ ਉਹ 100 ਦਾ 100 ਹੀ ਭੁੱਲ ਜਾਂਦਾ ਹੈ। ਕਾਰਨ ਕੀ ਹੈ? ਉਹਨਾਂ ਕੋਲ ਜੀਵਨ ਨੂੰ ਸਾਬਤ ਰੱਖਣ ਦਾ ਅਭਿਆਸ ਨਹੀਂ ਹੈ। ਸਿਰਫ ਆਸ ਨਗਰ ਦੇ ਵਿੱਚ ਇੱਕ ਪੁਰਖ ਦਾ ਜ਼ਿਕਰ ਮਿਲਦਾ ਹੈ। ਜਦੋਂ ਕਿਸੇ ਨਗਰਾਂ ਦੀ ਅਧਿਆਤਮਿਕ ਪਛਾਣ ਕੀਤੀ ਜਾਵੇ, ਇੱਕ ਸੱਜਣ ਹਨ, ਉਹਨਾਂ ਨੇ ਆਪਣਾ ਜੀਵਨ ਕੀਰਤਨ ਨੂੰ ਸਮਰਪਿਤ ਕੀਤਾ ਸੀ ਅਤੇ ਉਹਨਾਂ ਦਾ ਨਾਮ ਮਿਲਦਾ ਇਸ ਨਗਰ ਕਰਕੇ। ਹੋਰ ਇਸ ਨਗਰ 'ਚ ਬੜੇ ਕਰੋੜਪਤੀ ਵੀ ਬੈਠੇ ਹੋਣਗੇ, ਅਰਬਪਤੀ ਵੀ ਹੋਣਗੇ, ਪਰ ਉਹਨਾਂ ਦਾ ਜ਼ਿਕਰ ਨਹੀਂ ਮਿਲਦਾ। ਉਹ ਇੱਥੇ ਮੌਜੂਦ ਵੀ ਹੋਣਗੇ, ਕੁਝ ਇਸ ਦੁਨੀਆ ਤੋਂ ਚੱਲ ਵੀ ਗਏ ਹੋਣਗੇ, ਪਰ ਨਹੀਂ ਮਿਲਦਾ ਕਿਸੇ ਦਾ ਨਾਮ। ਜਦੋਂ ਵਿਸ਼ਵ ਪੱਧਰ 'ਤੇ ਜਾਂ ਅਧਿਆਤਮਿਕ ਪੱਧਰ 'ਤੇ ਇਸ ਨਗਰ ਨੂੰ ਦੇਖਿਆ ਜਾਂਦਾ, ਇਹਦਾ ਮਤਲਬ ਕੀ ਹੈ ਕਿ ਸਾਬਤ ਦੀ ਗੱਲ ਹੋਏਗੀ। ਜਿਹੜੇ ਦੇਹ ਦੇ ਤਲ 'ਤੇ ਜਿਉਂਦਿਆਂ ਹੋਇਆਂ ਕੱਚੇ ਰਹੇ ਹਨ, ਜਿਨ੍ਹਾਂ ਕੋਲੋਂ ਬੰਦਗੀ ਦਾ ਕੋਈ ਸੰਸਕਾਰ ਨਹੀਂ, ਸ਼ੁਭ ਗੁਣਾਂ ਦੀ ਰਾਸ ਨਹੀਂ, ਸਿਮਰਨ ਦੀ ਕਮਾਈ ਨਹੀਂ, ਗੁਰੂ ਕੀ ਕਾਰ ਦਾ ਜਿਨ੍ਹਾਂ ਕੋਲ ਕੋਈ ਅਭਿਆਸ ਨਹੀਂ ਸੀ, ਉਹ ਕਿਸੇ ਗਿਣਤੀ ਵਿੱਚ ਨਹੀਂ ਗਿਣੇ ਜਾਣਗੇ। ਇਸ ਕਰਕੇ ਗੁਰੂ ਸਾਹਿਬ ਭਗਤ ਕਬੀਰ ਸਾਹਿਬ ਜੀ ਕਹਿੰਦੇ ਨਾਹੇ ਤਾਂ ਬਿਨਠੀ ਬਾਤ। ਆਪਣੇ ਜੀਵਨ ਨੂੰ ਸਾਬਤ ਰੱਖਣ ਦੇ ਹੋਰ ਯਤਨ, ਬਾਹਰੀ ਯਤਨ ਨਾ ਕਰ, ਉਹਦੇ ਅੰਦਰੂਨੀ ਯਤਨ ਕਰ ਜਿਹੜੇ ਉਹਨੂੰ ਸਦੀਵੀ ਰੱਖਣਗੇ। ਕਬੀਰ ਕੇਸੋ ਕੇਸੋ ਕੂਕੀਐ, ਨਾ ਸੋਈਐ ਆਸਾਰ। ਅਗਲੇ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕੇਸੋ ਕੇਸੋ ਕੂਕੀਐ। ਅਕਾਲ ਪੁਰਖ ਦਾ ਇੱਕ ਨਾਮ ਕੇਸ਼ਵ ਹੈ। ਕੇਸ਼ਵ ਦਾ ਭਾਵ ਸੋਹਣੇ ਕੇਸਾਂ ਵਾਲਾ। ਇਸ ਕਰਕੇ ਬਾਣੀ ਦੇ ਵਿੱਚ ਵਾਕ ਆਉਂਦੇ ਨੇ, ਜਦੋਂ ਅਕਾਲ ਪੁਰਖ ਦੇ ਸਰੂਪ ਦਾ ਚਿਤਰਣ ਕੀਤਾ ਹੈ, ਸੋਹਣੇ ਨੱਕ ਜਿਨ ਲੰਮੜੇ ਵਾਲਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਸਦਾ ਪਰਮੇਸ਼ਰ ਦੇ ਨਾਮ ਦਾ ਉਚਾਰਨ ਕਰਕੇ ਕੂਕਦੇ ਰਹੋ। ਕੂਕ ਦੇ ਵਿੱਚ ਕੁਝ ਹੋਰ ਅਰਥ ਹੁੰਦਾ ਹੈ। ਜਿਵੇਂ ਕੋਇਲ ਦੇ ਸੰਬੰਧ ਵਿੱਚ ਸ਼ਬਦ ਵਰਤਦੇ ਆ, ਕੂਕਦੀ ਹੈ। ਉਹਦਾ ਕਾਰਨ ਕੀ ਹੈ ਕਿ ਉਹ ਆਪਣੇ ਕਿਸੇ ਇੱਕ ਜੋ ਵੀ ਉਹਦੇ ਸੁਰ ਦੇ ਇੱਕ ਅੰਦਰਲੀ ਆਵਾਜ਼ ਹੈ, ਉਹਨੂੰ ਲੰਬਾ ਕਰਦੀ ਹੈ, ਬਹੁਤ ਕਈ ਸੈਕਿੰਡਾਂ ਤੱਕ ਉਚਾਰਦੀ ਰਹਿੰਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੇਸੋ ਕੇਸੋ ਕੂਕੀ ਹੈ। ਪਰਮੇਸ਼ਰ ਦਾ ਸਿਮਰਨ ਕਰਦਿਆਂ ਸਦਾ ਉਹਦੀ ਨਿਰੰਤਰਤਾ ਦੇ ਵਿੱਚ ਰਹੋ, ਉਹਦੇ ਗੁਣਾਂ ਦਾ ਉਚਾਰਨ ਕਰਕੇ ਉਹਨੂੰ ਯਾਦ ਕਰਦੇ ਰਹੋ। ਨਾ ਸੋਈਏ ਆਸਾਰ, ਗਾਫਲ ਰਹਿ ਕੇ, ਆਲਸੀ ਰਹਿ ਕੇ ਉਹਦੀ ਸਿਫਤ ਸਲਾਹ ਦੇ ਕਰਮ ਤੋਂ ਨਾ ਛੁਟਕੋ, ਕਿਉਂਕਿ ਮਾਲਕ ਦਾ ਬਿਰਧ ਕੀ ਹੈ? ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਨੈ ਪੁਕਾਰ। ਕਹਿੰਦੇ ਜੇ ਦਿਨ ਰਾਤ ਮਾਲਕ ਨੂੰ ਪੁਕਾਰਦੇ ਰਹੀਏ, ਕਦੇ ਤਾਂ ਉਹ ਪੁਕਾਰ ਸੁਣਦਾ ਹੈ। ਹੁਣ ਇਹਦੇ ਵਿੱਚ ਬੜੀ ਗਹਿਰੀ ਰਮਜ਼ ਹੈ। ਉਦਾਹਰਨ ਦੇ ਤੌਰ 'ਤੇ ਕਈ ਦਫਾ ਮਨੁੱਖ ਜਦ ਸਿਮਰਨ ਅਭਿਆਸ ਕਰਨਗੇ ਤਾਂ ਉਹ ਨਾ ਕੁਝ ਕੁ ਮਹੀਨਿਆਂ ਬਾਅਦ ਯਤਨ ਕਰਕੇ ਪਰਤ ਆਉਣਗੇ ਤਾਂ ਕਹਿਣਗੇ ਜੀ ਸਾਡੀ ਕੋਈ ਇਕਾਗਰਤਾ ਨਹੀਂ ਬਣੀ, ਕੋਈ ਸਿਮਰਨ ਦੇ ਵਿੱਚ ਪੂਰੀ ਰਸਕਤਾ ਵੀ ਨਹੀਂ ਬਣ ਰਹੀ, ਲਿਵਲੀਨਤਾ ਵੀ ਨਹੀਂ ਬਣ ਰਹੀ, ਤਾਂ ਸਾਨੂੰ ਲੱਗਦਾ ਸਾਡਾ ਕਰਮ ਕਿਸੇ ਅਰਥ ਨਹੀਂ ਹੈ, ਇਸ ਤਰ੍ਹਾਂ ਦਾ ਮੰਨ ਕੇ ਚੱਲਣ ਲੱਗ ਪੈਂਦੇ ਨੇ। ਪਰ ਭਗਤ ਕਬੀਰ ਸਾਹਿਬ ਜੀ ਨੇ ਸ਼ਲੋਕ ਦੁਆਰਾ ਸਾਨੂੰ ਇਹ ਨੁਕਤਾ ਸਮਝਾਇਆ ਹੈ। ਹੁਣ ਉਦਾਹਰਨ ਦੇ ਤੌਰ 'ਤੇ ਅਸੀਂ ਇਸ ਗੱਲ ਦੀ ਅੰਦਾਜ਼ਾ ਕਿਵੇਂ ਲਗਾ ਸਕਦੇ ਹਾਂ ਕਿ ਜਿਹੜੀ ਕਿਰਤ ਕਰਮ ਕੇ ਵਿਛੜੇ ਵਾਲੀ ਟਰਮ ਹੈ ਉਹ ਸਾਡੀ ਕਿੰਨੀ ਲੰਬੀ ਹੈ। ਸਾਨੂੰ ਕਿਹਨੂੰ ਪਤਾ ਹੈ ਇਸ ਗੱਲ ਦਾ ਕਿ ਜਦੋਂ ਤੋਂ ਸਾਡੀ ਰਚਨਾ ਹੋਈ ਹੈ ਜਾਂ ਜਿੰਨੇ ਆਕਾਰਾਂ ਵਿੱਚੋਂ ਭਰਮ ਕੇ ਵਰਤਮਾਨ ਮਨੁੱਖਾਂ ਦੀ ਜੂਨ ਵਿੱਚ ਆਏ ਹਾਂ, ਉਹਨਾਂ ਸਾਰੇ ਪਿਛਲੇ ਜਨਮਾਂ ਦੇ ਵਿੱਚ ਜਾਂ ਜਿਹੜੇ ਹੁਣ ਤੱਕ ਸਾਡੀ ਰਚਨਾ ਦੇ ਜਾਂ ਪਿਛਲੇ ਜਨਮਾਂ ਦਾ, ਚਲੋ ਜੇ ਨਹੀਂ ਕਈ ਵਿਸ਼ਵਾਸੀ ਹੁੰਦੇ ਉਹਦੀ ਗੱਲ ਛੱਡ ਦਿਓ, ਜਿਹੜਾ ਵਰਤਮਾਨ ਮਨੁੱਖਾ ਜੀਵਨ ਇਹਦੇ ਜਿੰਨੇ ਸਾਲ ਬੀਤ ਗਏ ਨੇ ਹੁਣ ਤੱਕ, ਇਹਦੇ ਵਿੱਚੋਂ ਕਿਹੜਾ ਸਾਡਾ ਐਸਾ ਕਰਮ ਹੈ ਕਿ ਕਿਹੜਾ ਸਾਡੇ ਜੀਵਨ ਦੀ ਉਹ ਵਿਵਸਥਾ ਹੈ ਜਿਹਦੇ ਤੋਂ ਸਾਨੂੰ ਪਤਾ ਹੋਵੇ ਕਿ ਉਹ ਨਿਰੰਤਰ ਜੁੜੀ ਰਹੀ ਹੈ। ਸਾਡੇ ਤਾਂ 10 ਦਿਨ ਬਾਅਦ ਦਾ ਨੇਮ ਵੀ ਟੁੱਟਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਸਿਮਰਨ ਅਭਿਆਸ ਕਰਦੇ ਹਾਂ ਤਾਂ ਜਦੋਂ ਤੱਕ ਸਾਡੇ ਜੀਵਨ 'ਚ ਕੋਈ ਰਸ ਨਹੀਂ ਬਣ ਰਿਹਾ ਤਾਂ ਉਹਦਾ ਭਾਵ ਇਹ ਨਹੀਂ ਕਿ ਕੁਝ ਨਹੀਂ ਹੋ ਰਿਹਾ, ਉਹਦਾ ਮਤਲਬ ਹੈ ਸਾਡੇ ਕਿਰਤ ਕਰਮ ਦੇ ਵਿਛੜਨ ਦੀ ਦੂਰੀ ਘਟ ਰਹੀ ਹੈ। ਪਹਿਲਾਂ ਦੂਰੀ ਘਟੇਗੀ ਅਤੇ ਫਿਰ ਜਾ ਕੇ ਉਦਾਹਰਨ ਦੇ ਤੌਰ 'ਤੇ ਕਿਸੇ ਦੂਰ ਦੇਸ਼ ਦੇ ਵਿੱਚ ਚਿੱਠੀ ਪਾ ਦਈਏ, ਜਿਵੇਂ ਵਿਦੇਸ਼ਾਂ 'ਚ ਭੇਜਣੀ ਹੁੰਦੀ ਹੈ, ਇੱਥੇ ਨੇੜੇ ਭੇਜਣੀ ਹੋਵੇ ਤਾਂ ਕਿੰਨੇ ਦਿਨ ਲੱਗਦੇ ਨੇ, ਸਪੀਡ ਪੋਸਟ ਦੇ ਜ਼ਰੀਏ ਕੁਝ ਘੰਟਿਆਂ 'ਚ ਪਹੁੰਚ ਜਾਂਦੀ ਹੈ। ਚਲੋ ਦੂਜਾ ਯਤਨ ਛੱਡ ਦੇਈਏ,
ਵਿਦੇਸ਼ ਦੇ ਵਿੱਚ ਕੋਈ ਹੱਥ ਲਿਖਤ ਭੇਜਣੀ ਹੈ, ਕੋਈ ਲਿਫਾਫੇ ਆਦਿਕ 'ਚ ਪਾ ਕੇ, ਉਹ ਬਕਾਇਦਾ ਮਹੀਨੇ ਦਾ ਟਾਈਮ ਦਿੰਦੇ ਨੇ, 18-20 ਦਿਨ ਦਾ ਟਾਈਮ ਦਿੰਦੇ ਨੇ, ਜੇ ਇੰਗਲੈਂਡ ਵਰਗੇ ਦੇਸ਼ 'ਚ ਵੀ ਭੇਜਣੀ ਹੋਵੇ। ਕਾਰਨ ਕੀ? ਹੁਣ ਉਹਨੂੰ ਕਹਿਣਗੇ ਉਹਨੂੰ ਕਿਉਂ ਡਰ ਲੱਗੇ? ਕਿਉਂਕਿ ਉਹ ਦੂਰ ਹੈ। ਹੁਣ ਉਦਾਹਰਨ ਦੇ ਤੌਰ 'ਤੇ ਪਰਿਵਾਰ ਸਾਨੂੰ ਨੇੜੇ ਲੱਗਦਾ ਹੈ। ਪਰਿਵਾਰ ਦੀ ਯਾਦ ਵਿੱਚ ਗ੍ਰਸਤ ਹੋਣਾ, ਕੋਈ ਢੋਲਕੀ ਛੈਣੇ ਹਾਰਮੋਨੀਅਮ ਨਹੀਂ ਵਜਾਉਣਾ ਪੈਂਦਾ, ਕੁਦਰਤੀ ਯਾਦ ਹੈ। ਪਦਾਰਥ ਯਾਦ ਹੈ, ਬਹੁਤਾ ਯਾਦ ਨਹੀਂ ਕਰਨਾ ਪੈਂਦਾ, ਪਤਾ ਵੀ ਹੈ। ਉਂਝ ਭਾਵੇਂ ਸਾਰਾ ਕੁਝ ਭੁੱਲ ਜਾਏ, ਪਰ ਪਤਾ ਬੈਂਕ ਵਿੱਚ ਕਿਤਨੀ ਰਾਸ਼ੀ ਪਈ ਹੋਈ ਹੈ ਸਾਡੀ। ਆਪਣੀ ਇੱਜ਼ਤ ਪ੍ਰਤਿਭਾ ਦੇ ਸਾਰੇ ਮਾਪਦੰਡ ਯਾਦ ਰਹਿੰਦੇ ਨੇ, ਕਿਉਂਕਿ ਇਹਨਾਂ ਨਾਲ ਜੁੜੇ ਹੋਏ ਹਾਂ। ਬਸ ਇੱਕੋ ਹੈ ਜਿਹਦੇ ਨਾਲ ਨਹੀਂ ਜੁੜੇ ਹੋਏ, ਜਿਹਨੇ ਸਾਨੂੰ ਰਚਿਆ ਹੋਇਆ ਹੈ। ਉਹਦਾ ਸਰੂਪ ਕੀ ਹੈ, ਉਹਦੀ ਮਿਹਰ ਕੀ ਹੈ, ਇਸ ਗੱਲ ਦੀ ਸਾਡੇ ਵਿੱਚ ਕਿੰਨੀ ਦੂਰੀ ਹੈ। ਅਤੇ ਸਾਡਾ ਸਿਮਰਨ ਦੀ ਯਾਦ ਕਰਨ ਦਾ ਸਿਲਸਿਲਾ ਨੂੰ ਦਿਨ ਬਾ ਦਿਨ ਘਟਾਉਂਦਾ ਹੈ। ਇਸ ਕਰਕੇ ਜਦੋਂ ਜਿਹੜੇ ਬੰਦੇ ਸਿਮਰਨ ਵਿੱਚ ਲਿਵਲੀਨ ਹੋਣ ਲੱਗ ਪੈਂਦੇ ਨੇ, ਉਹਨਾਂ ਦੇ ਜੀਵਨ ਵਿੱਚ ਸ਼ੁਕਰਾਨਾ ਅਤੇ ਪ੍ਰਭੂ ਦਾ ਜ਼ਿਕਰ ਵਧਣ ਲੱਗ ਪੈਂਦਾ। ਜਿਨ੍ਹਾਂ ਦੇ ਜੀਵਨ ਦੇ ਵਿੱਚ ਦੂਰੀ ਹੈ, ਉਹਨਾਂ ਦੇ ਵਿੱਚ ਜ਼ਿਕਰ ਘੱਟ ਹੁੰਦਾ ਹੈ। ਜਿਨ੍ਹਾਂ ਦੀ ਨੇੜਤਾ, ਉਹਨਾਂ ਦਾ ਜ਼ਿਕਰ ਵੱਧ ਹੁੰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕੇਸੋ ਕੇਸੋ ਕੂਕੀਐ। ਇਸ ਕਰਕੇ ਆਪਣੀ ਬਣੀ ਹੋਈ ਕਿਰਤ ਕਰਮ ਦੀ ਦੂਰੀ ਨੂੰ ਘਟਾਉਣ ਲਈ ਸਦਾ ਉਚਾਰਨ ਕਰਦੇ ਰਹੋ। ਔਰ ਦੂਜੀ ਗੱਲ, ਹੁਣ ਉਦਾਹਰਨ ਦੇ ਤੌਰ 'ਤੇ ਜਦੋਂ ਮਨੁੱਖ ਕੂਕਦਾ ਹੈ, ਹੁਣ ਕਿਸੇ ਮਨੁੱਖ ਨੂੰ ਦਰਦ ਹੋ ਰਹੀ ਹੋਵੇ ਨਾ, ਉਹ ਬੜੀ ਪੋਲੀ ਜਿਹੀ ਆਵਾਜ਼ ਦੇ ਵਿੱਚ ਬੋਲੇ ਅਤੇ ਆਵਾਜ਼ ਵੀ ਮੱਧਮ ਜਿਹੀ ਹੋਵੇ, ਤਾਂ ਦੂਜੇ ਨੂੰ ਆਪਣੀ ਤਰਫ ਖਿੱਚਦੀ ਨਹੀਂ। ਉਹਨੂੰ ਲੱਗਦਾ ਕੋਈ ਮਾੜਾ ਮੋਟਾ ਦਰਦ ਹੋਏਗਾ। ਹੁਣ ਜਦੋਂ ਬੰਦੇ ਦੀ ਉਹਦੀ ਜੋ ਉਹਦੇ ਅੰਦਰ ਦਰਦ ਹੈ, ਜੇ ਉਹਦੀ ਚੀਕ ਬਣ ਕੇ ਬਾਹਰ ਪ੍ਰਗਟ ਹੋਏਗਾ, ਅਤੇ ਨੇੜਲਾ ਸੁਣਨ ਵਾਲਾ ਜ਼ਰੂਰ ਉਹਦੀ ਮਦਦ ਲਈ ਆਏਗਾ, ਜਾਂ ਉਹਦੀ ਤਰਫ ਦੇਖੇਗਾ ਕਿ ਇਹਨੂੰ ਹੋਇਆ ਕੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਪ੍ਰਭੂ ਨੂੰ ਅਸੀਂ ਸਾਰੇ ਪੁਕਾਰਦੇ ਹਾਂ, ਪਰ ਸਾਡੇ ਪੁਕਾਰਨ ਦੇ ਅੰਦਰ ਦੀ ਮਨਸ਼ਾ ਕੀ ਹੈ? ਕੇਵਲ ਉਹਦੀਆਂ ਦਾਤਾਂ ਦੇ ਲਈ ਉਹਨੂੰ ਪੁਕਾਰ ਰਹੇ ਹਾਂ, ਜਾਂ ਕੇਵਲ ਆਪਣੇ ਆਪ ਨੂੰ ਧਾਰਮਿਕ ਦਿਖਣ ਦੇ ਲਈ, ਜਾਂ ਵਾਕਿਆ ਹੀ ਉਹਦੇ ਹੋਣ ਲਈ ਪੁਕਾਰ ਰਹੇ ਹਾਂ? ਸਾਡੇ ਪੁਕਾਰਨ ਦੇ ਅੰਦਰ ਦੀ ਮਨਸ਼ਾ ਹੈ। ਹੁਣ ਬਾਰ-ਬਾਰ ਪੁਕਾਰਨ ਦਾ ਅਰਥ, ਕਹਿੰਦਾ ਕੋਈ ਵਿਗਿਆਨ, ਕਹਿੰਦੇ ਕੋਈ ਖੋਜ ਕਰ ਰਿਹਾ ਸੀ, ਕੋਈ ਵਿਗਿਆਨਕ, ਉਹਦੇ ਨਾਲ 10-12 ਉਹਦੇ ਵਿਦਿਆਰਥੀ ਵੀ ਲੱਗੇ ਸਨ ਜਿਸ ਖੋਜ ਉੱਪਰ। ਕਈ ਸਾਲ ਬੀਤ ਗਏ, 500-600 ਵਾਰੀ ਉਹਨਾਂ ਦਾ ਪ੍ਰਯੋਗ ਫੇਲ ਹੋ ਗਿਆ। ਜਦੋਂ 500 ਕੁ ਵਾਰੀ ਤੋਂ ਬਾਅਦ 501 ਵਾਰੀ ਫਿਰ ਉਹਦਾ ਪ੍ਰਯੋਗ ਕਰਨ ਲੱਗੇ ਆਪਣੀ ਉਸ ਖੋਜ ਨੂੰ ਪੂਰਾ ਕਰਨ ਦੇ ਲਈ, ਉਹਦੇ ਵਿਦਿਆਰਥੀ ਕਾਹਲੇ ਪੈ ਗਏ। ਕਹਿਣ ਲੱਗੇ 500 ਦਫਾ ਯਤਨ ਕੀਤਾ ਹੈ, ਸਾਡੀ ਖੋਜ ਫਿਰ ਫੇਲ ਹੋ ਗਈ ਹੈ, ਸਾਨੂੰ ਇਹਨੂੰ ਛੱਡ ਹੀ ਦੇਣਾ ਚਾਹੀਦਾ, ਸਾਨੂੰ ਇਹਨੂੰ ਕਰਨਾ ਨਹੀਂ ਚਾਹੀਦਾ, ਇਹ 'ਚ ਫਾਇਦਾ ਕੀ ਹੈ? 500 ਵਾਰੀ ਗਲਤੀ ਹੋਈ ਹੈ, 500 ਵਾਰੀ ਛੱਡਿਆ, ਇਤਨਾ ਸਮਾਂ ਖਰਾਬ ਹੋਇਆ, ਇਤਨਾ ਕੁਝ ਖਰਾਬ ਹੋਇਆ। ਉਸ ਵਿਗਿਆਨਕ ਨੇ ਕੀ ਜਵਾਬ ਦਿੱਤਾ ਆਪਣੇ ਵਿਦਿਆਰਥੀਆਂ ਨੂੰ? ਕਹਿਣ ਲੱਗਾ ਗਲਤੀ ਅਸੀਂ ਇੱਕ ਵਾਰੀ ਵੀ ਨਹੀਂ ਕੀਤੀ। ਕਹਿਣ ਲੱਗਾ ਕਿਵੇਂ? ਕਹਿਣ ਲੱਗਾ ਅਸੀਂ ਚਾਹੁੰਦੇ ਹਾਂ ਕਿ ਆਹ ਚੀਜ਼ ਬਣੇ, ਉਹਦੇ ਬਣਨ ਲਈ ਅਸੀਂ ਪ੍ਰਯੋਗ ਕੀਤਾ, ਉਸ ਪ੍ਰਯੋਗ ਦਾ ਦੁਹਰਾਓ 500 ਵਾਰੀ ਕੀਤਾ। ਹਰ ਵਾਰੀ ਪ੍ਰਯੋਗ ਕਰਦਿਆਂ ਸਾਨੂੰ ਸਮਝ ਆਈ ਕਿ ਸਾਡੀ ਇੱਥੇ ਇੱਕ ਗਲਤੀ ਰਹਿ ਗਈ ਸੀ, ਤਾਂ ਕਰਕੇ ਸਾਡੀ ਖੋਜ ਨਹੀਂ ਪੂਰੀ ਹੋਈ। ਇਸ ਕਰਕੇ ਹੁਣ ਜਦੋਂ ਅਸੀਂ 501 ਵਾਰੀ ਯਤਨ ਕਰਾਂਗੇ, ਅਤੇ ਜਿਹੜੀਆਂ ਇਸ ਕਾਰਜ ਨੂੰ ਕਰਦਿਆਂ 500 ਤਰ੍ਹਾਂ ਦੀਆਂ ਗਲਤੀਆਂ ਹੋਈਆਂ ਨੇ, ਉਹਨਾਂ ਤੋਂ ਸੁਚੇਤ ਰਹਾਂਗੇ, ਮਤਲਬ ਅਸੀਂ ਕੁਝ ਗਲਤ ਨਹੀਂ ਕੀਤਾ। ਇਸ ਕਰਕੇ ਜਦੋਂ ਅਸੀਂ ਸਿਮਰਨ ਅਭਿਆਸ 'ਚ ਪੈਂਦੇ ਹਾਂ, ਜੇ ਮਤਲਬ ਸਾਡੀ ਇਕਾਗਰਤਾ, ਰਸਿਕਤਾ ਨਹੀਂ ਬਣੀ, ਤਾਂ ਇਹਦਾ ਮਤਲਬ ਨਹੀਂ ਕਿ ਕੁਝ ਵੀ ਨਹੀਂ ਹੋਇਆ। ਇਹਦਾ ਮਤਲਬ ਹੈ ਸਾਡੇ ਮਨ ਦੇ ਜਿਹੜੇ ਕਾਲਾ ਹੋਆ ਸਿਆਹੋ ਵਾਲੇ ਸੰਸਕਾਰ ਹਨ, ਉਹਦੀ ਕੁਝ ਕੁ ਤਾਂ ਕਾਲਖ ਘਟੀ ਹੈ। ਹੁਣ ਉਦਾਹਰਨ ਦੇ ਤੌਰ 'ਤੇ ਜਦ ਕਦੇ ਬਰਤਨ ਮਾਂਜਣ ਦੀ ਗੱਲ ਵੀ ਸਮਝੀ ਜਾ ਸਕਦੀ। ਜਦ ਕੁਝ ਵੱਡੇ ਜਿਹੜੇ ਲੰਗਰ ਆਦਿਕ ਦੇ ਭਾਂਡੇ ਜਦ ਬਹੁਤੇ ਕਾਲੇ ਹੋ ਜਾਣ ਨਾ, ਤਾਂ ਫਿਰ ਕੀ ਕਿਹਾ ਜਾਂਦਾ ਸੀ ਕਿ ਇਹਨੂੰ ਨਾ ਰੇਤ ਪਾ ਕੇ ਅਤੇ ਇੱਕ ਵੱਡਾ ਕੋਈ ਲੈ ਕੇ ਸਖਤ ਜਿਹੀ ਚੀਜ਼ ਉਹਦੇ ਨਾਲ ਮਲੋ, ਔਰ ਕਈ ਦਫਾ ਮਲੋ, ਫਿਰ ਇਹਦੀ ਕਾਲਖ ਨਿਕਲੇਗੀ। ਹੁਣ ਸਾਡੇ ਮਨ ਦੇ ਸੰਸਕਾਰ ਵਿਕਾਰਾਂ ਕਰਕੇ ਇਸ ਜੀਵਨ ਦੇ ਵਿੱਚ ਦੇਖ ਲਈਏ, ਹੁਣ ਕਿੰਨਿਆਂ ਨੂੰ ਯਾਦ ਹੈ ਕਿ ਜਵਾਨੀ ਵਿੱਚ ਕਿੰਨੇ ਵਿਕਾਰੀ ਕਰਮ ਕੀਤੇ ਹਨ, ਜਾਂ ਵਿਕਾਰੀ ਖਿਆਲ ਕਿੰਨੇ ਭਾਰੂ ਸਾਡੇ 'ਤੇ ਰਹੇ ਹਨ, ਇਹਦਾ ਸਾਨੂੰ ਖਿਆਲ ਹੀ ਨਹੀਂ ਹੈ। ਹੁਣ ਜੋਬਨ ਤਾਂ ਬਚਪਨ ਖਾਣ ਪੀਣ 'ਚ ਬੀਤ ਗਿਆ, ਜੋਬਨ ਵਿਕਾਰਾਂ 'ਚ ਬੀਤ ਗਿਆ। ਹੁਣ ਬਿਰਧ ਅਵਸਥਾ ਦੇ ਵਿੱਚ ਸਿਮਰਨ ਦੇ ਨਾਲ ਇਕਾਗਰਤਾ ਬਣਾਉਣੀ ਚਾਹੁੰਦੇ ਹੋ, ਬਣਦੀ ਨਹੀਂ, ਥੋੜ੍ਹੇ ਯਤਨ ਨਾਲ ਬਣਨੀ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਨਾ ਸੋਈਐ ਅਸਾਰ, ਜੇ ਨਹੀਂ ਕੁਝ ਹੋ ਰਿਹਾ ਤਾਂ ਵੀ ਲੱਗੇ ਰਹੋ, ਕਿਉਂਕਿ ਰਾਤ ਦਿਵਸ ਕੇ ਕੂਕਨੇ ਕਬਹੂ ਕੇ ਸੁਣੈ ਪੁਕਾਰ। ਕਿ ਰਾਤ ਦਿਨ ਕੂਕਦਿਆਂ ਉਦਾਹਰਨ ਦੇ ਤੌਰ 'ਤੇ ਜਿਹਦੀ ਕੂਕ ਦਾ ਵੀ ਫਰਕ ਹੁੰਦਾ ਹੈ। ਇਸ ਕਰਕੇ ਤਾਂ ਕਰਕੇ ਪਪੀਹੇ ਦਾ ਜ਼ਿਕਰ ਤਾਂ ਆਇਆ ਕਿ ਜਦੋਂ ਉਹ ਕੂਕਦਾ ਕਈ ਦਫਾ, ਉਹਦੇ ਕੂਕਣ ਦੇ ਵਿੱਚ ਨਿਰੀ ਪੀੜ ਹੀ ਹੁੰਦੀ ਹੈ, ਉਹਦੀ
ਇਕੱਲੀ ਆਵਾਜ਼ ਨਹੀਂ ਹੁੰਦੀ, ਉਹਦੀ ਪੀੜ ਹੀ ਪੀੜ ਹੁੰਦੀ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਆਖਦੇ ਹਨ, ਰਾਤ ਦਿਵਸ ਕੇ ਕੂਕਨੇ। ਹੁਣ ਭਗਤ ਕਬੀਰ ਸਾਹਿਬ ਜੀ ਨੇ ਇਹਦੇ ਵਿੱਚ ਰਮਜ ਰੱਖੀ ਹੈ, ਰਾਤ ਦਿਵਸ। ਇੱਕ ਅਰਥ ਦਾ ਇਹ ਬਣਦਾ ਹੈ ਕਿ ਦਿਨ ਰਾਤ ਪੁਕਾਰਦੇ ਰਹੋ, ਪਰ ਇੱਕ ਇਹਦਾ ਅਰਥ ਬਣਦਾ ਹੈ ਰਾਤ ਦੇ ਦਿਵਸ ਦੇ ਵਿੱਚ ਜਿਹੜਾ ਮੱਧ ਹੈ, ਭਾਵ ਅੰਮ੍ਰਿਤ ਵੇਲਾ ਹੈ, ਉਸ ਵੇਲੇ ਦੇ ਵਿੱਚ ਜਗਤ ਸੁੱਤਾ ਹੁੰਦਾ ਬਹੁਤਾ, ਅਤੇ ਜਿਹੜੇ ਭਗਤੀ ਰੂਪ ਕਰਮ ਕਰਕੇ ਉਸ ਵੇਲੇ ਪੁਕਾਰਦੇ ਹਨ, ਉਹਨਾਂ ਦੀ ਸੱਦ ਸੁਣਾਈ ਪੈਂਦੀ ਹੈ ਮਾਲਕ ਦੇ ਦਰ 'ਤੇ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬਹੂ ਕੇ ਸੁਣੈ ਪੁਕਾਰ। ਕਦੇ ਤਾਂ ਉਹ ਪੁਕਾਰ ਸੁਣਦਾ। ਹੁਣ ਮਨੁੱਖ ਸੁਣੇਗਾ ਕਿ ਪੁਕਾਰ ਕਿਸ ਢੰਗ ਨਾਲ ਕਰਨੀ, ਇਹ ਵੀ ਸਮਝ ਆਉਣਾ ਚਾਹੀਦਾ। ਪੁਕਾਰ ਦੇ ਹਰੇਕ ਢੰਗ ਹਨ, ਸਾਰਿਆਂ ਢੰਗਾਂ ਦੇ ਨਾਲ ਪੁਕਾਰ ਹੋ ਸਕਦੀ, ਕੋਈ ਵਿਸ਼ੇਸ਼ ਢੰਗ ਜਾਂ ਨਹੀਂ। ਹਾਂ, ਜਿਵੇਂ ਉਹਦੇ ਪੁਕਾਰ ਦੇ ਕੁਝ ਢੰਗ ਹਨ, ਕੀਰਤਨ ਰੂਪ ਉਹਦਾ ਉੱਚਤਮ ਢੰਗ ਹੈ। ਬਾਣੀ 'ਚ ਵਾਕ ਨੇ, ਹੇ ਗੋਬਿੰਦ, ਹੇ ਗੋਪਾਲ, ਹੇ ਦਇਆਲ ਲਾਲ, ਪ੍ਰਾਨਨਾਥ ਅਨਾਥ ਸਖੇ, ਦੀਨ ਦਰਦ ਨਿਵਾਰ। ਇਹ ਸਾਰੇ ਸ਼ਬਦ ਉਹਦੀ ਪੁਕਾਰ ਦੇ ਹੀ ਹਨ। ਜਦੋਂ ਇਹਨੂੰ ਅਸੀਂ ਪ੍ਰੇਮ ਦੇ ਵਿੱਚ ਭਿੱਜ ਕੇ ਉਹਦੀ ਮਿਹਰ ਲਈ ਗਾਉਂਦੇ ਹਾਂ, ਤਾਂ ਜਿਵੇਂ ਅਸੀਂ ਇਹ ਪੁਕਾਰ ਕਰਨ ਦੇ ਵਿੱਚ ਜੇ ਬਾਣੀ ਦੀ ਆ ਵੀ ਪੰਕਤੀ ਪੜ੍ਹਦੇ ਹਾਂ, ਅਵਗੁਣ ਭਰੇ ਏਕ ਗੁਣ ਨਾਹੀ, ਇਹ ਵੀ ਉਹਦੀ ਪੁਕਾਰ ਦਾ ਹੀ ਮਾਧਿਅਮ ਹੈ। ਜੇ ਉਹਨੂੰ ਇਕੱਲਾ ਵਾਹਿਗੁਰੂ ਉਚਾਰਦੇ ਹਾਂ, ਉਹ ਵੀ ਤਾਂ ਵੀ ਉਹਦੀ ਪੁਕਾਰ ਦਾ ਮਾਧਿਅਮ ਹੈ। ਜੇ ਉਹਨੂੰ ਸੁਆਮੀ ਕੋਈ ਕਿਸੇ ਨਾਮ ਨਾਲ ਵੀ ਅਰਾਧੀਏ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਤ ਦਿਵਸ ਕੇ ਕੂਕਨੇ, ਦਿਨ ਰਾਤ ਦੀ ਪੁਕਾਰ। ਔਰ ਦੂਜੀ ਗੱਲ, ਹੁਣ ਉਦਾਹਰਨ ਦੇ ਤੌਰ 'ਤੇ ਕਈ ਵਾਰੀ ਦੂਰ ਮਨੁੱਖ ਖੜ੍ਹਾ ਹੋਵੇ ਤਾਂ ਮਨੁੱਖ ਇੱਧਰ ਉੱਚੀ ਆਵਾਜ਼ ਮਾਰਦਾ ਹੈ, ਪਰ ਕਈ ਵਾਰੀ ਉਹਨੂੰ ਸੁਣਾਈ ਨਹੀਂ ਦਿੰਦੀ, ਦੂਜੀ ਦਫਾ ਹੋਰ ਉੱਚੀ ਆਵਾਜ਼ ਮਾਰਦਾ ਹੈ, ਤੀਜੀ ਦਫਾ ਹੋਰ ਉੱਚੀ ਆਵਾਜ਼ ਮਾਰਦਾ ਹੈ। ਦੂਰੋਂ ਪੁਕਾਰ ਰਹੇ ਹਾਂ ਤਾਂ ਪਹਿਲੀ ਸਾਨੂੰ ਇਸ ਕਰਕੇ ਪੁਕਾਰਨ ਦੇ ਵਿੱਚ ਬਾਅਦ 'ਚ ਦੂਰੀ ਵੀ ਸਮਝ ਆਉਂਦੀ ਹੈ। ਇਹਦੇ ਸ਼ਲੋਕਾਂ 'ਚ ਨਾ, ਪਿਛਲੇ ਸ਼ਲੋਕਾਂ 'ਚ ਜ਼ਿਕਰ ਆਇਆ ਸੀ, ਭਗਤ ਕਬੀਰ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਸੀ ਕਿ ਮੁੱਲਾਂ ਦੇ ਸੰਬੰਧ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਕਹਿੰਦੇ, ਸਾਈਂ ਨਾ ਬਹਿਰਾ ਹੋਏ। ਪੁਕਾਰਨ ਦੇ ਵਿੱਚ ਵੀ ਹੌਲੀ, ਪਹਿਲਾਂ ਪੁਕਾਰਨ 'ਚ ਉੱਚਾ ਹੁੰਦਾ ਹੈ, ਬਾਅਦ ਦੇ ਸਮੇਂ ਵਿੱਚ ਆਉਂਦੀ ਹੈ ਕਿ ਉਹ ਬਹਿਰਾ ਨਹੀਂ, ਉਹਨੂੰ ਨੇੜਿਓਂ ਹੀ ਸੁਣਾਉਣਾ ਹੈ। ਫਿਰ ਮਨੁੱਖ ਦਾ ਸਿਮਰਨ ਅੰਤਰਮੁਖੀ ਹੋਣਾ ਸ਼ੁਰੂ ਹੋ ਜਾਂਦਾ ਹੈ ਅਤੇ ਉਹ ਆਪਣੇ ਰੋਮ ਰੋਮ ਵਿੱਚੋਂ ਪੁਕਾਰਦਾ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬਹੂ ਕੇ ਸੁਣੈ ਪੁਕਾਰ। ਔਰ ਦੂਜੀ ਗੱਲ, ਜਿਸ ਦਿਨ ਪੁਕਾਰ ਉਹਦੀ ਸੁਣੀ ਗਈ, ਉਸ ਦਿਨ ਉਹਦਾ ਜੀਵਨ ਬਦਲ ਜਾਏਗਾ। ਭਗਤ ਕਬੀਰ ਸਾਹਿਬ ਜੀ ਨੇ ਜਦੋਂ ਭਗਤ ਰਾਮਾਨੰਦ ਜੀ ਨੂੰ ਗੁਰੂ ਧਾਰਨ ਕੀਤਾ, ਉਹਨਾਂ ਦੇ ਜੀਵਨ 'ਚ ਰਮਝ ਪਈ ਹੋਈ ਹੈ ਕਿ ਬੜੀ ਦਫਾ ਦੇਖਦੇ ਰਹੇ। ਫਿਰ ਇੱਕ ਦਿਨ ਉਹਨੂੰ ਸੂਝ ਆਈ ਕਿ ਉਹਨਾਂ ਦੇ ਰਸਤੇ ਵਿੱਚ ਲੇਟ ਜਾਵਾਂ, ਤਾਂ ਉਹਨਾਂ ਦਾ ਮੁਬਾਰਕ ਉਹਨਾਂ ਦੇ ਨਾਲ ਚਰਨ ਛੋਹ ਗਿਆ। ਉਹਨਾਂ ਕਿਹਾ, ਉੱਠੋ ਭਾਈ ਰਾਮ ਕੇ ਰਾਮ ਗਾਓ। ਇਸ ਕਰਕੇ ਰੋਜ਼ਾਨਾ ਦੀ ਸਤ ਸੰਗਤ ਵੀ ਤਾਂ ਕਹੀ ਜਾਂਦੀ ਹੈ ਕਿ ਮਿਹਰ ਦੀ ਨਦਰ ਕਿਸ ਪਲ ਹੋਣੀ ਹੈ, ਇਹ ਪੱਕਾ ਪਤਾ ਨਹੀਂ, ਪਰ ਹੋਏਗੀ ਅਵੱਸ਼, ਜੇ ਸਾਡਾ ਯਤਨ ਪੂਰਾ ਸ਼ੁੱਧ ਹੋਏਗਾ, ਪੂਰਾ ਭਾਵਨਾ ਭਰਿਆ ਹੋਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਸਾਨੂੰ ਬਖਸ਼ਿਸ਼ ਕਰਦੇ ਹਨ, ਕਿਰਪਾ ਕਰਨ ਸ਼ਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਅੰਦਰ ਵਸ ਜਾਏ। ਅਸੀਂ ਆਪਣੇ ਜੀਵਨ ਦੇ ਨਾਸ਼ਵਾਨਤਾ ਨੂੰ ਸਮਝ ਕੇ ਬੰਦਗੀ ਦਾ ਸਦੀਵ ਧਨ ਅਰਜਿਤ ਕਰਨ ਦਾ ਯਤਨ ਕਰੀਏ। ਇਸੇ ਪ੍ਰਕਾਰ ਦਿਨ ਰਾਤ ਮਾਲਕ ਦੀ ਸਿਫਤ ਸਲਾਹ ਦੇ ਕਰਮ ਵਿੱਚ ਲੱਗ ਕੇ ਆਪਣੇ ਜੀਵਨ ਨੂੰ ਸੱਚੇ ਅਰਥਾਂ ਦੇ ਵਿੱਚ ਸਫਲ ਕਰਨ ਦਾ ਯਤਨ ਕਰੀਏ ਜੀ। ਆਪ ਜੀ ਦੇ ਸਨਮੁਖ ਸ਼ਬਦ ਵਿਚਾਰ ਦੀ ਸਾਂਝ ਪਾਉਂਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।